ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਰਬ ਸੁਖਾ ਕਾ ਦਾਤਾ ਸਤਿਗੁਰ, ਤਾਕੀ ਸਰਣੀ ਪਾਈਆ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਆ। ਸਰਬ ਸੁਖਾ ਕਾ ਦਾਤਾ ਸਤਿਗੁਰ, ਤਾਕੀ ਸਰਣੀ ਪਾਈਆ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਆ। ਹਰ ਰਸ ਪੀਵਹੁ ਭਾਈ, ਨਾਮ ਜਪਹੁ ਨਾਮੋ ਆਰਾਧੋ। ਗੁਰ ਪੂਰੇ ਕੀ ਸਰਨਾਈ, ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ। ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ। ਨਾਮ ਰਹਾ ਲਿਵ ਲਾਈ, ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ। ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ। ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ, ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਹਰੀ ਦੇ ਮੰਦਰ ਵਿੱਚੋਂ
ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਅੱਜ ਸਾਨੂੰ ਪ੍ਰਾਪਤ ਹੋਇਆ ਹੈ, ਹੁਕਮਨਾਮੇ ਦੇ ਰੂਪ ਵਿੱਚ, ਸ਼੍ਰੀ ਮੁੱਖ ਵਾਕ ਦੇ ਰੂਪ ਵਿੱਚ, ਉਸ ਦੀ ਵਿਚਾਰ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ। ਇੱਕ ਵਾਰ ਸਾਰੇ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਰਬ ਸੁਖਾ ਕਾ ਦਾਤਾ ਸਤਿਗੁਰ, ਤਾਕੀ ਸਰਣੀ ਪਾਈਐ। ਰਾਗ ਸੋਰਠ ਹੈ। ਰਾਗ ਤੋਂ ਭਾਵ ਹੈ ਬਰਤਨ, ਭਾਂਡਾ, ਜਿਹਦੇ ਵਿੱਚ ਇਹ ਉੱਤਮ ਵਸਤ ਸਤਿਗੁਰਾਂ ਨੇ ਪਰੋਸੀ ਹੈ। ਇਹ ਪਾਵਨ ਸ਼ਬਦ ਦੇ ਉਚਾਰਨ ਕਰਤਾ ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਹਨ। ਇਹ ਪਾਵਨ ਸ਼ਬਦ 630 ਅੰਗ ਤੇ ਸੁਸ਼ੋਭਿਤ ਹੈ। ਸ਼ਬਦ ਦਾ ਜਿਹੜਾ ਸਵਰੂਪ ਹੈ ਉਹ ਬਹੁਤਾ ਵੱਡਾ ਨਹੀਂ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਇੰਜ ਲੱਗਦਾ ਹੈ ਕਿ ਮੈਨੂੰ ਇਹ ਸਿੱਖ ਧਰਮ ਦੇ ਵਾਸਤੇ ਇੱਕ ਬਹੁਤ ਵੱਡਾ ਇੱਕ ਸੂਤਰਧਾਰ ਹੈ। ਸਾਨੂੰ ਇਹਦੇ ਵਿੱਚ ਪਰੋਏ ਜਾਣਾ ਚਾਹੀਦਾ ਹੈ। ਮੈਂ ਪਿਛਲੇ ਦਿਨੀ ਅਬਚਲ ਨਗਰ ਹਜੂਰ ਸਾਹਿਬ ਵੀ ਬੇਨਤੀ ਕੀਤੀ ਸੀ, ਇੱਥੇ ਵੀ ਬੇਨਤੀ ਕਰਕੇ ਗਿਆ ਕਿ ਜੇ ਆਪਾਂ ਚਾਹੁੰਦੇ ਹਾਂ ਕਿ ਸਾਡਾ ਦੇਹਧਾਰੀਆਂ ਤੋਂ ਖਹਿੜਾ ਛੁੱਟ ਜਾਏ, ਜਾਂ ਉਹ ਲੋਕ ਜਿਹੜੇ ਸੋ ਕਾਲਡ ਦੇਹਧਾਰੀ ਨੇ, ਵੇਖੋ ਕਹਿਣ ਮਾਤਰ ਤੁਹਾਨੂੰ ਲੱਗਦੇ ਨੇ ਵੀ ਇਹ ਨਹੀਂ, ਇਹ ਗੁਰੂ ਨਹੀਂ ਹੈਗੇ, ਤੁਸੀਂ ਮੱਥਾ ਟੇਕੋਗੇ ਤਾਂ ਸੇਵਾਦਾਰ ਨੂੰ ਬੁਲਾ ਕੇ ਕਿਹਾ ਜਾਏਗਾ ਕਿ ਇਹਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਏ। ਤੁਸੀਂ ਫਤਿਹ ਬੁਲਾਓਗੇ ਤੇ ਫਿਰ ਪੁੱਛਿਆ ਜਾਂਦਾ ਹੈ ਵੀ ਇਹ ਕੌਣ ਹੈ, ਕਿੱਥੋਂ ਆਇਆ ਹੈ, ਪਤਾ ਕਰੋ ਕਿਸੇ ਏਜੰਸੀ ਦਾ ਬੰਦਾ ਤਾਂ ਨਹੀਂ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਕਿ ਅੱਜ ਹਾਲਾਤ ਇਹ ਨੇ, ਜਿੰਨੇ ਵੀ ਸੋ ਕਾਲਡ ਆਪਣੇ ਆਪ ਨੂੰ ਅਖਵਾਉਣ ਵਾਲੇ ਦੇਹਧਾਰੀ ਗੁਰੂ ਨੇ, ਕਹਿਣ ਮਾਤਰ ਤਾਂ ਅਸੀਂ ਉਹਨਾਂ ਨੂੰ ਬਾਬਾ ਜੀ ਕਹਿੰਦੇ ਆ। ਜਦੋਂ ਪਿੱਛੇ ਕਰੋਨਾ ਆਇਆ ਨਾ, ਸਮਾਂ ਇਹ ਬਣ ਗਿਆ ਵੀ ਜੇ ਕੋਈ ਬਾਬਾ ਜੀ ਨੂੰ ਮੱਥਾ ਨਹੀਂ ਟੇਕਦਾ ਤੇ ਗੱਦੀ ਖਤਰੇ 'ਚ ਹੈ, ਤੇ ਜੇ ਕੋਈ ਬਾਬਾ ਜੀ ਨੂੰ ਹੱਥ ਲਾ ਕੇ ਮੱਥਾ ਟੇਕ ਦਿੰਦਾ ਸੀ ਤੇ ਬਾਬਾ ਜੀ ਖੁਦ ਹੀ ਖਤਰੇ 'ਚ ਹੋ ਜਾਂਦੇ ਸੀ, ਕਿਉਂਕਿ ਕਰੋਨਾ ਹੈ। ਔਰ ਕਿਸੇ ਨੇ ਕਿਸੇ ਦੀ ਬਾਂਹ ਨਹੀਂ ਫੜੀ। ਜੇ ਮੈਂ ਬੋਲਦਾ ਕਿ ਭਾਈ ਸਾਡਾ ਅੱਜ ਤਸਵੀਰ ਗੁਰੂ ਨਹੀਂ ਹੈ, ਸਰੀਰ ਗੁਰੂ ਨਹੀਂ ਹੈ, ਇਹ ਸਾਨੂੰ ਹੁਕਮ ਹੋਇਆ ਹੈ, 10ਵੇਂ ਪਾਤਸ਼ਾਹ ਦਾ ਸਾਨੂੰ ਹੁਕਮ ਹੈ।
ਅਗਰ ਕੋਈ ਵਿਅਕਤੀ ਕਵੇ ਕਿ ਮੈਂ ਹਜੂਰ ਸਾਹਿਬ ਅਬਚਲ ਨਗਰ ਗਿਆ ਸੀ, ਤਾਂ ਉਸ ਨੂੰ ਇਹ ਗੱਲ ਦ੍ਰਿੜ ਕਰ ਲੈਣੀ ਚਾਹੀਦੀ ਹੈ। ਤੇ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਕੇਸਗੜ੍ਹ ਸਾਹਿਬ ਦੀ ਇੱਕ ਯਾਤਰਾ ਵੀ ਜਿਹੜੀ ਹੈ ਉਹ ਤੁਹਾਨੂੰ ਮੋਕਸ਼ ਦੇ ਦਰਵਾਜ਼ੇ ਤੱਕ ਲਿਜਾ ਸਕਦੀ ਹੈ। ਉੱਥੇ ਜਾ ਕੇ ਕੇਸਾਂ ਦੀ ਮਹਾਨਤਾ ਦ੍ਰਿੜ ਕਰ ਲਓ, ਪ੍ਰਣ ਕਰ ਲਓ ਕਿ ਮੈਂ ਕੇਸ ਨਹੀਂ ਕਟਾਵਾਂਗਾ। ਦੂਜੀ ਜਿਹੜੀ ਉੱਥੇ ਗੁਰੂ ਨੇ ਦਾਤ ਦਿੱਤੀ ਉਹ ਆਪਣੀ ਝੋਲੀ ਚ ਪਵਾ ਲਓ, ਅੰਮ੍ਰਿਤ ਛਕ ਲਓ। ਹੁਣ ਹਜੂਰ ਸਾਹਿਬ ਤੁਸੀਂ, ਕਿਉਂਕਿ ਅੱਜ ਕੱਲ੍ਹ ਜਿਹੜੇ ਬਿਜ਼ਨਸ ਮੈਨੇਜਮੈਂਟ ਵਾਲੇ ਲੋਕ ਨੇ, ਵਪਾਰੀ ਲੋਕ ਨੇ, ਉਹ ਟੂਰਿਜ਼ਮ ਨੂੰ, ਅਸੀਂ ਉਹਨੂੰ ਧਰਮ ਦਾ ਨਾਂ ਯਾਤਰਾ ਦਿੰਦੇ ਆ, ਉਹ ਟੂਰਿਜ਼ਮ ਨੂੰ ਬੜੌਤੀ ਦਿੰਦੇ ਆ, ਬੜਾਵਾ ਦਿੰਦੇ ਆ, ਵਧਾਉਂਦੇ ਆ। ਉਹ ਤੁਹਾਨੂੰ ਬੜੀਆਂ ਬੜੀਆਂ ਸਹੂਲਤਾਂ ਇਹਦੇ ਵਿੱਚ ਮੁਹੱਈਆ ਕਰਾਉਂਦੇ ਆ। ਕਈ ਵਾਰੀ ਥੋੜ੍ਹੀ ਥੋੜ੍ਹੀ ਉਹ ਤੁਹਾਨੂੰ ਇਹ ਵੀ ਦੱਸਦੇ ਆ ਵੀ ਅਸੀਂ ਇੱਧਰ ਉੱਧਰ ਵੀ ਲੈ ਜਾਵਾਂਗੇ ਤੁਹਾਨੂੰ। ਇੱਕ ਯਾਤਰਾ ਹੀ ਤੁਹਾਡੀ ਜਿਹੜੀ ਹੈ ਉਹ ਤੁਹਾਨੂੰ ਰੱਬ ਦੇ ਘਰ ਤੱਕ ਲੈ ਕੇ ਜਾ ਸਕਦੀ ਹੈ, ਕਿ ਉੱਥੇ ਜਾ ਕੇ ਜਿਹੜਾ ਹੁਕਮ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤਾ ਹੈ, ਅਪੀਲ ਨਹੀਂ ਕੀਤੀ, ਦਲੀਲ ਨਹੀਂ ਦਿੱਤੀ, ਵਿਚਾਰ ਨਹੀਂ ਰੱਖੇ ਗੁਰੂ ਜੀ ਨੇ, ਕਿ ਗੁਰੂ ਜੀ ਨੇ ਵਿਚਾਰ ਰੱਖੇ ਸੀ ਵੀ ਮੇਰਾ ਖਿਆਲ ਹੈ ਵੀ ਇਹ ਗ੍ਰੰਥ ਵੀ ਗੁਰੂ ਹੋ ਸਕਦਾ ਹੈ, ਇਦਾਂ ਤਾਂ ਨਹੀਂ ਹੋਇਆ ਨਾ। ਉੱਥੇ ਹੁਕਮ ਹੋਇਆ ਕਿ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇੱਕ ਵਾਰੀ ਹਜੂਰ ਸਾਹਿਬ ਗਿਆ ਸਿੱਖ ਫੈਸਲਾ ਕਰ ਆਵੇ ਕਿ ਮੈਂ ਗੁਰੂ ਗ੍ਰੰਥ ਨੂੰ ਮੰਨਾਂਗਾ, ਪ੍ਰਗਟ ਗੁਰਾਂ ਕੀ ਦੇਹ ਮੰਨਾਂਗਾ, ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਾਂਗਾ, ਮੈਂ ਕਿਸੇ ਬੰਦੇ ਨੂੰ ਮੱਥਾ ਨਹੀਂ ਟੇਕਾਂਗਾ। ਲਓ, ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਹੱਲ ਹੈ। ਤੁਸੀਂ ਮੱਥਾ ਨਾ ਟੇਕੋ, ਤੁਹਾਨੂੰ ਬਾਬੇ ਆਪਣੇ ਚੇਲੇ ਬੁਲਾ ਕੇ ਤੁਹਾਡੇ ਬਾਰੇ ਇਨਕੁਆਇਰੀ ਕਰਨਗੇ ਵੀ ਇਹ ਪਤਾ ਕਰੋ ਇਹ ਬੰਦਾ ਕੌਣ ਹੈ, ਮੱਥਾ ਕਿਉਂ ਨਹੀਂ ਟੇਕਿਆ ਇਹਨੇ। ਸੋ ਮੇਰੀ ਬੇਨਤੀ ਹੈ ਵੀ ਆਪਾਂ ਕਿੰਨਾ ਕੁ ਹੋਰ ਖੁਆਰ ਹੋਣਾ ਹੈ। ਅੱਜ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਕੇ ਵੇਖ ਲਓ, ਅੱਖਾਂ 'ਚ ਲਹੂ ਉਤਰਿਆ ਹੋਇਆ ਹੈ, ਭਾਈ ਸਾਹਿਬ ਪੰਥ ਦਾ ਬੁਰਾ ਹਾਲ ਹੈ, ਕੌਮ ਸਾਡੀ ਦਾ ਕੀ ਬਣੇਗਾ। ਕੌਣ ਕਰ ਰਿਹਾ ਤੁਹਾਡੇ ਪੰਥ ਦਾ ਬੁਰਾ ਹਾਲ? ਪਤਾ ਕਰੀਏ ਆਪਾਂ, ਕਿਹੜਾ ਔਰੰਗਜ਼ੇਬ ਘੋੜੇ ਤੇ ਚੜ੍ਹ ਕੇ ਆਇਆ ਬਈ, ਕਿਹੜੇ ਪਾਸੇ ਹਮਲਾਵਰ ਤੁਰੇ ਆਉਂਦੇ ਨੇ। ਮੈਂ ਤੇ ਇੱਥੇ ਜਦੋਂ ਆਉਣਾ ਉਦੋਂ ਹੀ ਬੇਨਤੀ ਕਰਦਾ ਵੀ ਕਲਕੱਤੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੁੰਦੀ, ਬਿਹਾਰ 'ਚ ਨਹੀਂ ਹੁੰਦੀ, ਯੂਪੀ 'ਚ ਨਹੀਂ ਹੁੰਦੀ, ਮਹਾਰਾਸ਼ਟਰ ਵਿੱਚ ਨਹੀਂ ਹੁੰਦੀ, ਕਰਨਾਟਕਾ ਕੇਰਲਾ ਵਿੱਚ ਨਹੀਂ ਹੁੰਦੀ, ਦਿੱਲੀ 'ਚ ਨਹੀਂ ਹੁੰਦੀ। ਅੱਛਾ ਜੀ, ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਗਏ। ਨਹੀਂ ਗਿਆਨੀ ਜੀ, ਏਦਾਂ ਤੇ ਨਹੀਂ ਹੈ। ਫਿਰ ਇੱਕ ਗੱਲ ਯਾਦ ਰੱਖਣਾ, ਉਹ ਨਹੀਂ ਮੰਨਦੇ ਪਰ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣ ਨਹੀਂ ਹੈ। ਤੁਸੀਂ ਤਾਂ ਪੰਜਾਬ 'ਚ ਦੁਸ਼ਮਣ ਪੈਦਾ ਕਰ ਲਏ। ਐਸਾ ਸੈਕੂਲਰਿਜ਼ਮ ਤੁਸੀਂ ਘੋਟਿਆ ਇੱਥੇ। ਔਰ ਮੈਨੂੰ ਇਹ ਨਹੀਂ ਸਮਝ ਆਉਂਦੀ, ਜਿਹੜਾ ਵੀ ਬੋਲਦਾ ਕਹਿੰਦਾ ਜੀ ਗੁਰੂ ਪੀਰਾਂ ਦੀ ਧਰਤੀ। ਪੁੱਛੋ ਵੀ ਕਿਹੜਾ ਪੀਰ ਪੈਦਾ ਹੋਇਆ ਇੱਥੇ? ਦੇਖੋ, ਪੀਰ ਜਾਂ ਤਾਂ ਪੀਰ ਬੁੱਧੂ ਸ਼ਾਹ ਸੀ, ਇਦਾਂ ਦੇ ਪੀਰ ਹੋਏ ਸਿੱਖੀ 'ਚ ਜਿਨ੍ਹਾਂ ਦਾ ਸਨਮਾਨ ਹੈ। ਜਿਹੜੇ ਪੀਰਾਂ ਦੀ ਤੁਸੀਂ ਗੱਲ ਕਰਦੇ ਹੋ, ਭਾਵੇਂ ਉਹ ਪੀਰ ਸ਼ੇਖ ਫਤਿਹ ਹੋਵੇ, ਭਾਵੇਂ ਉਹ ਪੀਰ ਨਗਾਹੇ ਵਾਲਾ ਹੋਵੇ, ਕਦੋਂ ਤੁਹਾਡੇ ਗੁਰੂਆਂ ਨੇ ਪ੍ਰਵਾਨ ਕੀਤਾ ਸੀ? ਜਿਹੜਾ ਪ੍ਰਚਾਰਕ ਉੱਠਦਾ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਗੁਰੂਆਂ ਦੀ ਧਰਤੀ ਹੈ, ਪੀਰਾਂ ਦੀ ਨਹੀਂ ਹੈ। ਇਹ ਸਿਰਫ ਗੁਰੂਆਂ ਦੀ ਧਰਤੀ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪਰ ਅਸੀਂ ਐਸਾ ਸੈਕੂਲਰਿਜ਼ਮ ਘੋਟਣ ਤੇ ਲੱਗੇ ਹੋਏ ਆ। ਦੇਖੋ, ਰਾਜਨੀਤਿਕ ਬੰਦਿਆਂ ਦੀ ਮਜਬੂਰੀ ਹੋ ਸਕਦੀ ਹੈ। ਉਹਨਾਂ ਨੇ ਵੋਟ ਵੀ ਲੈਣੇ ਨੇ, ਨੋਟ ਵੀ ਲੈਣੇ ਨੇ। ਪੁੱਛੋ, ਸਾਨੂੰ ਪੁੱਛਣਾ ਚਾਹੀਦਾ ਪ੍ਰਚਾਰਕਾਂ ਨੂੰ ਵੀ ਤੁਸੀਂ ਕੀ ਲੈਣਾ ਹੈ। ਦੇਖੋ, ਤੁਸੀਂ ਜਿੰਨੇ ਸੰਗਤ ਇੱਥੇ ਬੈਠੇ ਹੋ,
ਤੁਸੀਂ ਕੀ ਕਹਿੰਦੇ ਹੋ ਕਿ ਜੀ ਸਭ ਕੁਝ ਮਹਾਰਾਜ ਦਾ ਦਿੱਤਾ ਹੈ। ਦੇਖੋ, ਤੁਹਾਨੂੰ ਪਤਾ ਨਹੀਂ ਮਹਾਰਾਜ ਕਿੱਦਾਂ ਘੁਮਾ ਘਮੂ ਕੇ ਦਿੰਦਾ ਹੈ, ਪਰ ਮੈਨੂੰ ਸਿੱਧਾ ਉਸ ਗੋਲਕ ਚੋਂ ਮਿਲਦਾ ਹੈ ਜਿੱਥੇ ਤੁਸੀਂ 10-10 ਰੁਪਏ ਮੱਥਾ ਟੇਕਿਆ। ਮੇਰੀ ਤਨਖਾਹ ਉੱਥੋਂ ਆਉਂਦੀ ਹੈ। ਤੁਸੀਂ ਵੀ ਦਿੱਤਾ ਖਾਣੇ ਹੋ, ਤੁਹਾਡਾ ਵਿਸ਼ਵਾਸ ਹੈ, ਪਰ ਮੈਂ ਤੇ ਖਾਂਦਾ ਹੀ ਗੋਲਕ ਚੋਂ ਆ। ਮੈਨੂੰ ਤੇ ਵੀ ਨਹੀਂ ਕਹਿਣ ਦੀ ਲੋੜ ਕਿ ਮੇਰਾ ਵਿਸ਼ਵਾਸ ਹੈ। ਵਿਸ਼ਵਾਸ ਨਹੀਂ ਹੈ। ਮੇਰੀ ਰੋਟੀ ਰੋਜੀ ਗੁਰੂ ਗ੍ਰੰਥ ਸਾਹਿਬ ਤੋਂ ਚੱਲਦੀ ਹੈ। ਮੇਰੀ ਜ਼ਬਾਨ ਅੱਗੇ ਪਿੱਛੇ ਕਿਉਂ ਜਾਂਦੀ ਹੈ ਜੀ? ਮੈਂ ਕੋਈ ਸਮਝੌਤਾਵਾਦੀ ਹੋਇਆ ਫਿਰਦਾ? ਮੈਂ ਕਿਹਨੂੰ ਖੁਸ਼ ਕਰਨਾ ਚਾਹੁੰਦਾ? ਸਾਡੇ ਬਜ਼ੁਰਗ ਬੜੇ ਚੰਗੇ ਸੀ, ਉਹ ਕਹਿੰਦੇ ਹੁੰਦੇ ਸੀ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਬਾਜਰੀ ਤੇ ਜਿਹਦੀ ਖਾਣੇ ਹੋ ਹਾਜ਼ਰੀ ਤੋਂ ਉਹਦੀ ਭਰੋ। ਇੱਥੇ ਵੀ ਜ਼ਬਾਨ ਥਥਿਆਈ ਜਾਂਦੀ ਹੈ ਸਾਡੀ ਗੱਲ ਕਰਨ ਲੱਗਿਆ। ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਸਾਡੀ ਬਾਣੀ ਗੁਰੂ ਹੈ। ਸਾਡਾ ਗੁਰੂ ਬਾਣੀ ਹੈ। ਸਾਰੀ ਬਾਣੀ ਵਿੱਚ ਅੰਮ੍ਰਿਤ ਹੈ। ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਅੰਮ੍ਰਿਤ ਨਹੀਂ ਹੈ। ਗਿਆਨੀ ਜੀ ਕਿਹੜਾ ਪਾਠ ਕਰੀਏ? ਪੁੱਛੋ ਪਹਿਲਾਂ ਕਿਹੜਾ ਕੀਤਾ? ਕੀਤਾ ਪਹਿਲਾਂ ਵੀ ਕੋਈ ਨਹੀਂ, ਕਰਨਾ ਤੁਸੀਂ ਮੁੜ ਕੇ ਵੀ ਕੋਈ ਨਹੀਂ। ਪਤਾ ਲੋਕ ਕੀ ਕਰਦੇ ਨੇ? ਉਹ ਚਾਹੁੰਦੇ ਨੇ ਮੈਨੂੰ ਕਿ ਮੈਂ ਕੋਈ ਸ਼ਬਦ ਦਵਾਂ, ਮੈਂ ਕਹਾਂ ਜੀ ਆਹ ਸ਼ਬਦ ਪੜੋ ਜੀ, ਆਹ ਬਾਣੀ ਪੜੋ ਜੀ। ਅੱਛਾ, ਜਦੋਂ ਉਹਨਾਂ ਦਾ ਕੰਮ ਨਹੀਂ ਹੋਏਗਾ ਫਿਰ ਪਤਾ ਕੀ ਹੋਏਗਾ? ਗਿਆਨੀ ਵੀ ਫੇਲ ਤੇ ਸ਼ਬਦ ਵੀ ਫੇਲ। ਸਾਡਾ ਕੰਮ ਤੇ ਹੋਇਆ ਹੀ ਨਹੀਂ। ਬਚੋ ਇਹ ਸ਼ਬਦ ਵੰਡਣ ਵਾਲੇ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੂੰ ਬਚ ਭਾਈ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਨਰ ਅਚੇਤ ਪਾਪ ਤੇ ਡਰ ਰੇ। ਇਹ ਅਚੇਤ ਪਾਪ ਕਰ ਰਹੇ ਹੈ, ਤੂੰ ਸ਼ਬਦ ਦੇਣਾ ਹੈ, ਉਹਦੀ ਬਿਮਾਰੀ ਠੀਕ ਕੋਈ ਨਹੀਂ ਹੋਣੀ। ਸ਼ਬਦ ਵੀ ਫੇਲ ਹੋ ਜਾਣਾ, ਤੂੰ ਵੀ ਫੇਲ ਹੋ ਜਾਣਾ ਹੈ। ਉਹਨੇ ਅੱਗੇ ਮੁੜ ਕੇ ਕਿਸੇ ਹੋਰ ਬਾਬੇ ਕੋ ਪਹੁੰਚ ਜਾਣਾ। ਤੁਸੀਂ ਦਿਓ ਸ਼ਬਦ ਜੀ। ਕੱਲ ਮੇਰੇ ਕੋਲ ਇੱਕ ਬੱਚਾ ਆਇਆ, 18-19 ਸਾਲ ਦਾ ਪੁੱਤਰ ਹੈ, ਕੈਂਸਰ ਦਾ ਰੋਗ ਹੈ। ਮਾਂ ਹੀ ਹੁੰਦੀ ਹੈ। ਮਾਂ ਦੀ ਬਹੁਤ ਹਾਲਤ ਪੀੜਤ ਸੀ। ਉਹਨੂੰ ਏਦਾਂ ਲੱਗਦਾ ਸੀ ਵੀ ਭਾਈ ਸਾਹਿਬ ਹੱਥ ਫੇਰਨਗੇ ਤੇ ਰੋਗ ਠੀਕ ਹੋ ਜਾਏਗਾ। ਮੈਂ ਕਿਹਾ ਭੈਣ, ਕਿੰਨੀਆਂ ਗੱਲਾਂ ਨੂੰ ਜੋੜ ਆਪਸ ਵਿੱਚ। ਕੀ ਕਦੇ 18 ਸਾਲ ਦੇ ਬੱਚੇ ਨੂੰ ਕੈਂਸਰ ਹੁੰਦਾ ਹੈ? ਨਹੀਂ ਜੀ। ਤੇ ਮੈਂ ਕਿਹਾ ਕੀ ਇਹ ਵੀ ਕਰਮ ਰੋਗ ਹੈ? ਕੋਈ ਸਾਰੇ 18 ਸਾਲਾਂ ਦੇ ਬੱਚੇ ਕੈਂਸਰ ਦੇ ਮਰੀਜ਼ ਥੋੜਾ ਹੁੰਦੇ ਨੇ। ਕੋਈ ਕਿ ਸਾਰਿਆਂ ਦੇ ਬੱਚੇ ਕੈਂਸਰ ਦੇ ਪੇਸ਼ੈਂਟ ਹੁੰਦੇ ਨੇ? ਨਹੀਂ ਜੀ। ਮੈਂ ਕਿਹਾ ਫਿਰ ਸਾਡਾ ਵੀ ਕਰਮ ਰੋਗ ਹੈ। ਜਿਹੜੀ ਪੀੜਾ ਬੱਚੇ ਨੇ ਸਹਾਰਨੀ ਹੈ, ਜਿਹੜੀ ਪੀੜਾ ਬੱਚੇ ਕਰਕੇ ਅਸੀਂ ਸਹਾਰਨੀ ਹੈ, ਜਿਹੜਾ ਡਾਕਟਰਾਂ ਦਾ ਲੇਖਾ ਜੋਖਾ ਅਸੀਂ ਦੇਣਾ ਹੈ, ਉਹ ਕੌਣ ਦੇਗਾ? ਕਿ ਮੇਰੇ ਹੱਥ ਫੇਰਨ ਨਾਲ ਹੀ ਇਹ ਸਾਰਾ ਕੁਝ ਠੀਕ ਹੋ ਜਾਏਗਾ? ਹਰ ਬੰਦਾ ਇਸੇ ਕੰਮ ਤੇ ਲੱਗੇ। ਗਿਆਨੀ ਜੀ ਪਿਛਲੇ ਐਤਵਾਰ ਆਏ ਸੀ, ਇਸ਼ਨਾਨ ਵੀ ਕੀਤਾ, ਪਾਠ ਵੀ ਕਰਾਇਆ, ਦੇਗ ਵੀ ਕਰਾਈ, ਫਰਕ ਤੇ ਕੋਈ ਪਿਆ ਨਹੀਂ। ਬਲ ਤੂੰ 52 ਸਾਲ ਸ਼ਰਾਬ ਪੀਤੀ ਹੈ, ਕਿਉਂਕਿ ਹੁਣ ਤੂੰ ਆ ਗਿਆ ਹੈ ਗੁਰਦੁਆਰੇ, ਵੱਡਾ ਬੰਦਾ ਹੈ ਤੂੰ। ਪਹਿਲੀ ਗੱਲ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਤੈਨੂੰ ਜੋੜਿਆਂ 'ਚ ਮਿਲਣਾ ਚਾਹੀਦਾ ਸੀ, ਕਿਉਂਕਿ 52 ਸਾਲ ਸ਼ਰਾਬ ਪੀ ਕੇ ਛੱਡ ਕੇ ਆਇਆ ਤੂੰ। ਬੜੀ ਕੁਰਬਾਨੀ ਹੈ। ਆ ਜਿਹੜੇ ਹੋਟਲਾਂ ਦੇ ਵਿੱਚ ਵਿਆਹਾਂ ਦੀਆਂ ਗੱਲਾਂ ਚੱਲਦੀਆਂ ਨੇ, ਗੁਰੂ ਨੇ ਕਿਰਪਾ ਕੀਤੀ, ਥੋੜਾ ਜਿਹਾ ਪਹਿਰਾ ਦਿੱਲੀ 'ਚ ਵਧਿਆ। ਇੱਕ ਰਾਗੀ ਸਿੰਘ ਦਾ ਫੋਨ ਮੈਂ ਹੀ ਕੀਤਾ ਉਹਨੂੰ। ਮੈਂ ਕਿਹਾ ਇਹ ਕੀ ਕੀਤਾ? ਕਹਿੰਦਾ ਕੀ ਕੀਤਾ? ਅੱਗੋਂ ਦੀ ਭਾਸ਼ਾ 'ਚ ਕੀ ਕੀਤਾ? ਕਰਦੇ ਕਰਾਉਂਦੇ ਜੀ, ਮੈਨੂੰ ਪਤਾ ਕੀ ਕਹਿੰਦਾ ਉਹ। ਮੈਨੂੰ ਕਹਿੰਦਾ ਜੀ ਫਿਰ ਆਪਣੀ ਕਮੇਟੀ 'ਚ ਨੌਕਰੀ ਦੇ ਦਿਓ। ਮੈਂ ਕਿਹਾ ਇਹ ਸਭ ਤੋਂ ਵਧੀਆ, ਵੀ ਵੱਡਾ ਗੁਨਾਹ ਕਰੋ ਤੇ ਨੌਕਰੀ ਪੱਕੀ ਲਓ। ਇਹ ਵੀ ਠੀਕ ਹੈ ਵੀ ਅਸੀਂ ਹੋਟਲਾਂ 'ਚ ਵਿਆਹ ਕਰਾਉਣੇ ਛੱਡਦੇ ਨੇ, ਤੁਸੀਂ ਸਾਨੂੰ ਪੱਕੀ ਨੌਕਰੀ ਦੇ ਦਿਓ। ਮਤਲਬ 52 ਸਾਲ ਸ਼ਰਾਬ ਪੀਣ ਵਾਲਾ ਬੰਦਾ ਕਹਿੰਦਾ ਹੈ ਵੀ ਮੈਂ ਆਇਆ, ਤੇ ਵੇਖੋ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਮੈਨੂੰ ਅਟੈਂਡ ਹੀ ਨਹੀਂ ਕੀਤਾ। ਕੋਈ ਅੱਗੋਂ ਆ ਕੇ ਮੈਨੂੰ ਮਿਲਿਆ ਹੀ ਨਹੀਂ ਜੀ, ਮੈਂ ਦੇਗ ਕਰਾਈ ਜੀ, ਮੈਂ ਇਸ਼ਨਾਨ ਕੀਤਾ ਜੀ।
ਲੈ ਮੈਨੂੰ ਫਰਕ ਹੀ ਕੋਈ ਨਹੀਂ ਪਿਆ। ਵੈਸੇ ਤੇਰੇ ਆਉਣ ਨਾਲ ਤੇ ਉਹ ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈ ਖਿੜਕੀਆਂ, ਤੇਰੇ ਆਉਣ ਨਾਲ ਤੇ ਗੁਰਦੁਆਰਾ ਹਿਲ ਜਾਣਾ ਚਾਹੀਦਾ ਸੀ, ਕਿਉਂਕਿ ਸ਼ਰਾਬੀ ਆਇਆ 52 ਸਾਲਾਂ ਦਾ। ਮਤਲਬ ਆਪਾਂ ਚਾਹੁੰਦੇ ਕੀ ਆ? ਮੈਂ ਫਿਰ ਬੇਨਤੀ ਕਰਾਂ, ਪਾਸਟਰਾਂ ਨੇ ਤਾਂਤਰਿਕ ਵਿਦਿਆ ਕੀਤੀ ਪੰਜਾਬ 'ਚ, ਸਭ ਨੂੰ ਗੁੱਸਾ ਆਇਆ, ਇਹ ਕੀ ਹੋ ਰਿਹਾ, ਇਹ ਕੀ ਹੋ ਰਿਹਾ ਹੈ। ਕਈਆਂ ਨੇ ਪਾਠ ਵੀ ਪੜ੍ਹਾਇਆ, ਈਸਾਈਆਂ ਦੇ ਧਰਮ 'ਚ ਨਹੀਂ ਹੈਗਾ, ਸੱਚੀ ਨਹੀਂ ਹੈਗਾ। ਜਿਹੜੇ ਅਸਲ ਕ੍ਰਿਸਚਨ ਨੇ, ਫਾਦਰ ਨੇ, ਪਾਦਰੀ ਨੇ, ਕਿੰਨੇ ਮੁਲਕ ਨੇ ਉਹਨਾਂ ਲੋਕਾਂ ਦੇ ਕਿ ਉੱਥੇ ਏਦਾਂ ਡੋਲੀਆਂ ਖੜਾਈਆਂ ਜਾਂਦੀਆਂ ਨੇ, ਕਿ ਉੱਥੇ ਏਦਾਂ ਭੂਤ ਪ੍ਰੇਤ ਕੱਢੇ ਜਾਂਦੇ ਤੇ ਪਾਏ ਜਾਂਦੇ ਨੇ? ਨਹੀਂ। ਪਰ ਮੈਂ ਉਧਰ ਨਹੀਂ ਜਾਣਾ ਚਾਹੁੰਦਾ। ਮੈਂ ਆਪਣਿਆਂ ਨੂੰ ਪੁੱਛਣਾ ਚਾਹੁੰਦਾ ਕਿ ਗੁੱਸਾ ਕਰਨ ਵਾਲਿਓ, ਉਹਨਾਂ ਨੂੰ ਸਬਕ ਦੇਣ ਵਾਲਿਓ, ਜੇ ਪੰਜਾਬ ਦੀ ਧਰਤੀ ਤੇ ਇਹ ਕੰਮ ਪਹਿਲਾਂ ਨਾ ਹੁੰਦਾ ਤੇ ਇਹਨਾਂ ਵੀ ਨਹੀਂ ਸੀ ਕਰਨਾ। ਪਹਿਲਾਂ ਤੁਹਾਡੇ ਬਾਬਿਆਂ ਨੇ ਕੀਤਾ। ਤੁਸੀਂ ਦੱਸ ਦਿਓ ਨਾ। ਵੇਖੋ, ਜਿਵੇਂ ਸ਼ਰਾਬ ਦਾ ਠੇਕਾ ਹੈ, ਹਰ ਬੰਦਾ ਗੁੱਸਾ ਕਰਦਾ ਹੈ। ਸਾਡੇ ਪਿੰਡ ਠੇਕਾ ਖੁੱਲ ਗਿਆ ਜੀ, ਤਾਂ ਤੁਸੀਂ 4 ਦਿਨ ਨਾ ਪੀਣ ਜਾਓ, ਠੇਕੇਦਾਰ ਹੀ ਜਾ ਕੇ ਰੋਏਗਾ ਮੁੱਖ ਮੰਤਰੀ ਕੋਲੇ ਵੀ ਮੇਰਾ ਕੈਂਸਲ ਕਰੋ ਜੀ, ਮੈਂ ਤਾਂ ਮਰ ਗਿਆ, ਮੇਰੇ ਤੇ ਸ਼ਰਾਬ ਹੀ ਨਹੀਂ ਵਿਕਦੀ। ਸਗੋਂ ਧੰਨਵਾਦ ਕਰਨਾ ਚਾਹੀਦਾ ਵੀ ਤੁਹਾਡੇ ਸ਼ਰਾਬੀਆਂ ਨੂੰ ਦੂਜੇ ਪਿੰਡ ਨਹੀਂ ਜਾਣਾ ਪੈਂਦਾ, ਪਿੰਡ 'ਚ ਹੀ ਮਿਲਣ ਲੱਗ ਗਈ ਹੈ। ਆਪਾਂ ਪੀਣੀ ਛੱਡ ਦਈਏ, ਠੇਕੇ ਵਾਲਾ ਕੀ ਕਰੇਗਾ? ਆਪਾਂ ਮੱਥੇ ਟੇਕਣੇ, ਆਪਾਂ ਪੁੱਛਾਂ ਪਾਉਣੀਆਂ, ਆਪਾਂ ਦਾਣੇ 4 ਸੁੱਟ ਕੇ ਹੱਥ ਵਿਖਾਉਣੇ ਛੱਡ ਦਈਏ, ਬਾਬੇ ਕੀ ਕਰਨਗੇ? ਕੁਛ ਨਹੀਂ ਕਰ ਸਕਦੇ। ਇਹ ਤਾਂ ਰੋਟੀ ਖਾਈਏ ਸ਼ੱਕਰ ਸੇ, ਦੁਨੀਆ ਲੁੱਟ ਕੇ ਮੱਕਰ ਸੇ। ਜਿੱਦਨ ਆਪਾਂ ਹਟ ਗਏ, ਇਹਨਾਂ ਲੋਕਾਂ ਨੇ ਤੁਹਾਡੇ ਤੋਂ ਪਹਿਲਾਂ ਅੰਮ੍ਰਿਤ ਛਕ ਲੈਣਾ ਜੇ। ਸਮਝ ਇਹਨਾਂ ਨੂੰ ਵੀ ਆ ਜਾਣੀ ਵੀ ਇਹ ਜਿੱਦਣ ਠੀਕ ਹੋ ਗਏ ਨਾ, ਸਾਨੂੰ ਕੁੱਟਣਾ ਵੀ ਹੈ। ਇਹ ਵੀ ਚੇਤਾ ਰੱਖਣਾ। ਮੇਰੇ ਨਾਲ ਇੱਕ ਬੰਬੇ ਤੋਂ ਇੱਕ ਹਿੰਦੂ ਪਰਿਵਾਰ ਦਾ ਬੱਚਾ, ਬੜੇ ਵੱਡੇ ਵਪਾਰੀ ਦਾ ਬੱਚਾ, ਉਹ ਹਰਿਦੁਆਰ ਚਲਾ ਗਿਆ, ਸਾਧੂ ਹੋ ਗਿਆ। ਹੁਣ ਉਹਨੂੰ ਚਲਦੇ ਚਲਦੇ ਸਮਝ ਆ ਗਈ ਵੀ ਸਿੱਖ ਧਰਮ ਬਹੁਤ ਵਧੀਆ ਹੈ। ਕਰਦੇ ਕਰਦੇ ਉਹ ਫਗਵਾੜੇ ਆ ਗਿਆ। ਇੱਥੋਂ ਉਹਨੂੰ ਚੇਸ਼ਟਾ ਸਿੱਖੀ ਦੀ ਲੱਗਣ ਲੱਗੀ। ਪਰ ਜੇ ਸਾਧੂਆਂ ਦੇ ਆਸ਼ਰਮ 'ਚ ਹੀ ਸੀਗਾ ਤੇ ਉਹ ਕਿਤੇ ਗਿਆ, ਕਿਸੇ ਜ਼ਿਮੀਂਦਾਰ ਦੇ ਘਰ ਦੁੱਧ ਮੰਗਣ ਗਿਆ ਕਿ ਰੋਟੀ ਮੰਗਣ ਗਿਆ, ਕਿ ਜੱਟ ਪੱਠੇ ਕੁਤਰਦਾ ਸੀ। ਉਹਨੇ ਕਿਹਾ, ਬਾਬਾ ਆ ਜਾ, ਆ ਜਾ, ਅੱਗੇ ਆ ਜਾ, ਅੱਗੇ ਆ ਜਾ। ਉਹਨੇ ਟੋਕੇ ਤੇ ਜੋੜ ਲਿਆ। ਉਹਨੇ ਕਿਹਾ, ਦੁੱਧ ਤੈਨੂੰ ਕਿਲੋ ਦਿਆਂਗਾ, ਪਰ ਪੱਠੇ ਕੁਤਰ। ਇਹਨਾਂ ਪਖੰਡੀਆਂ ਨੇ ਭੱਜ ਜਾਣਾ ਜੀ ਉਸੇ ਦਿਨ ਹੀ। ਜਿੱਦਣ ਖਾਲਸਾ ਜੀ ਤੁਸੀਂ ਸੁਚੇਤ ਹੋ ਗਏ, ਜਿੱਦਣ ਤੁਸੀਂ ਜਾਗ ਪਏ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੇਰਾ ਗੁਰੂ ਕਹਿ ਰਿਹਾ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਚੋਰ ਪਤਾ ਇੱਕ ਦੂਜੇ ਨੂੰ ਕੀ ਕਹਿੰਦੇ? ਉਹ ਭੱਜ ਲੋ, ਭੱਜ ਲੋ, ਭੱਜ ਲੋ, ਮਾਲਕ ਆ ਗਏ, ਮਾਲਕ ਆ ਗਏ, ਮਾਲਕ ਆ ਗਏ। ਬਾਣੀ 'ਚ ਲਿਖਿਆ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਆ ਗਏ ਜੇ ਮਾਲਕ, ਇਹਨਾਂ ਘਰ ਸਾਂਭ ਲੈਣਾ ਤੇ ਤੁਹਾਨੂੰ ਵੀ ਬੰਨ ਲੈਣਾ ਜੇ। ਜੇ ਭੱਜਿਆ ਜਾਂਦਾ ਤੇ ਭੱਜ ਲੋ। ਪੁਰਾਣੇ ਜਿਹੜੇ ਮਹਾਤਮਾ ਸਾਧੂ ਕਹਿੰਦੇ ਹੁੰਦੇ ਸੀ, ਕਹਿੰਦੇ ਗੱਠੜੀ ਆਪਣੀ ਸੰਭਾਲ, ਤੈਨੂੰ ਹੋਰ ਨਾਲ ਕੀ, ਤੈਨੂੰ ਚੋਰ ਨਾਲ ਕੀ। ਆਪਣਾ ਘਰ ਸਾਂਭੀਏ, ਆਪਾਂ ਆਪਣੇ ਬੱਚਿਆਂ ਨੂੰ ਸਾਂਭੋ। ਤੁਸੀਂ ਕੋਈ ਕੀ ਕਰੇਗਾ? ਕੋਈ ਕੁਛ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਈਏ, ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਨੂੰ ਮੱਥਾ ਨਾ ਟੇਕੀਏ, ਅੱਧੀਆਂ ਹੱਟੀਆਂ ਤੋਂ ਉਦੋਂ ਹੀ ਬੰਦ ਹੋ ਜਾਣਗੀਆਂ। ਫਿਰ ਤਾਂਤਰਿਕ ਵਿਦਿਆ ਵਾਲਿਆਂ ਤੋਂ ਆਪਣੇ ਆਪ ਨੂੰ ਪਰੇ ਕਰ ਲਓ, ਸਭ ਆਪਣੀਆਂ ਹੱਟੀਆਂ ਚੁੱਕ ਕੇ ਲੈ ਜਾਣਗੇ। ਜਿੱਦਣ ਸਾਚਾ ਗੁਰੂ ਲਾਧੋ ਰੇ ਦਾ ਹੋਕਾ ਦਿੱਤਾ ਸੀ ਨਾ, ਬਾਬੇ ਮੱਖਣ ਸ਼ਾਹ ਨੇ ਕਿੰਨੀਆਂ ਮੰਜੀਆਂ ਵਾਲੇ ਭੱਜੇ ਸੀ, ਤੇ ਜਿਹੜਾ ਸਭ ਤੋਂ ਵੱਡੀ ਮੰਜੀ ਵਾਲਾ ਸੀ ਉਹ ਤੇ ਗੋਲੀ ਚਲਾਉਣ ਤੇ ਉਤਰ ਆਇਆ ਸੀ, ਧੀਰਮਲ। ਇੱਕੋ ਹੀ ਗੱਲ ਕਹੀ ਸੀ ਬਾਬੇ ਮੱਖਣ ਸ਼ਾਹ ਨੇ, ਡੰਡਾ ਲੈ ਕੇ ਬੰਦੇ ਨਹੀਂ ਸੀ ਕੁੱਟੇ। ਸਾਡੇ ਤੋਂ ਸਤਿਕਾਰ ਕਮੇਟੀ ਵਾਲੇ ਜੀ ਕੁੱਟਦੇ ਵੀ ਨੇ।
ਮੱਖਣ ਸ਼ਾਹ ਨੂੰ ਕੁੱਟਣੇ ਹੀ ਨਹੀਂ ਪਏ ਨਾ, ਉਹਨੇ ਇੱਕੋ ਪੱਲੂ ਫੇਰਿਆ ਕੋਠੇ ਤੇ ਚੜ੍ਹ ਕੇ, ਕਹਿੰਦਾ ਸਾਚਾ ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ। ਤੇ ਜਿਹੜੇ 22 ਮੰਜੀਆਂ ਲਾ ਕੇ ਬੈਠੇ ਸੀ ਭੱਜ ਗਏ, ਤੇ ਜਿਹਦੀ ਮੰਜੀ ਥੋੜੀ ਜਿਹੀ ਵੱਡੀ ਸੀ ਉਹ ਫਿਰ ਗੋਲੀ ਚਲਾਉਣ ਤੇ ਉਤਰ ਆਇਆ। ਉਹਨੇ ਸ਼ੀਹੇ ਮਸੰਦ ਨੂੰ ਕਿਹਾ, ਕਹਿੰਦਾ ਮਾਰ ਗੋਲੀ ਇਹਨੂੰ, ਇਹ ਤੇ ਲੈ ਬੈਠਾ ਸਾਨੂੰ। ਖਾਲਸਾ ਜੀ ਤੁਹਾਡਾ ਹੀ ਇਤਿਹਾਸ ਹੈ, ਤੁਹਾਡੇ ਗੁਰੂ ਦੇ ਘਰ ਦੇ ਸਿਧਾਂਤ ਨੇ, ਤੁਹਾਡੇ ਗੁਰੂ ਦੀ ਬਾਣੀ ਹੈ। ਸਾਡੀ ਕਿਸਮਤ ਉਦੋਂ ਡੁੱਬੀ ਹੈ ਜਿੱਦਣ, ਮੈਨੂੰ ਖਿਮਾ ਕਰਨਾ, ਅੱਜ ਸਾਡਾ ਗੁਰੂ ਗੁਰੂ ਨਾਨਕ ਨਹੀਂ ਹੈ। ਪਤਾ ਨਹੀਂ ਕਿਹਨੂੰ ਗੁਰੂ ਧਾਰ ਲਿਆ ਤੇ ਕਿਹੜੇ ਰਸਤੇ ਅਸੀਂ ਚਲੇ ਗਏ ਆ। ਕੰਮ ਕਰਨ ਨੂੰ ਕੋਈ ਤਿਆਰ ਨਹੀਂ ਹੈ, ਨਾਮ ਜਪਣ ਨੂੰ ਕੋਈ ਤਿਆਰ ਨਹੀਂ ਹੈ, ਵੰਡ ਛਕਣ ਨੂੰ ਕੋਈ ਤਿਆਰ ਨਹੀਂ ਹੈ ਜੀ। ਸਰਬੱਤ ਦਾ ਭਲਾ ਮੰਗਦੇ ਆ, 3 ਮਿੰਟ 'ਚ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਮੁਕਾਤੀ ਹੈ। 3 ਮਿੰਟ ਦੀ ਅਰਦਾਸ ਹੈ, ਉਹਦੇ 'ਚ ਕਹਿੰਦੇ ਜੀ ਅਸੀਂ ਤਾਂ ਜੀ ਸਵੇਰੇ ਉੱਠ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਦੀ ਹੈ। ਪੁੱਛੋ ਕਰਦੇ ਕਿਹਦਾ ਉਹ? ਅੱਜ ਤੁਸੀਂ ਆਪਣੇ ਘਰ ਦੀ ਨੀਂਹ ਰੱਖਣ ਲੱਗਿਆਂ ਭਰਾ ਦਾ ਸਿਰ ਵੱਢ ਕੇ ਉਸ ਨੀਂਹ 'ਚ ਰੱਖਣ ਲਈ ਤਿਆਰ ਬੈਠੇ ਹੋ। ਸਰਬੱਤ ਦਾ ਭਲਾ ਮੰਗਣ ਵਾਲਿਓ, ਤੁਹਾਡੇ ਤੋਂ ਡਰਦੇ ਤੁਹਾਡੇ ਭਰਾ NRI ਬਾਹਰੋਂ ਆਉਣੋਂ ਹਟ ਗਏ ਨੇ। ਉਹ ਕਹਿੰਦੇ ਨੇ ਕਦੋਂ ਨਾ ਭਤੀਜਾ ਹੀ ਵੱਢ ਦੇਵੇ ਕਿਤੇ। ਮੈਂ ਫਿਰ ਬੇਨਤੀ ਕਰਾਂ, ਸਰਬੱਤ ਦਾ ਭਲਾ ਤੁਹਾਡੀ ਅਰਦਾਸ ਨਹੀਂ ਹੈ, ਤੁਹਾਡੇ ਗੁਰੂ ਨਾਨਕ ਦਾ ਸਿਧਾਂਤ ਹੈ, ਤੁਹਾਡੇ ਗੁਰੂ ਨਾਨਕ ਦੇ ਘਰ ਦਾ ਪ੍ਰਿੰਸੀਪਲ ਹੈ। ਉੱਠਣ ਤੋਂ ਲੈ ਕੇ ਸੌਣ ਤੱਕ, ਜੰਮਣ ਤੋਂ ਲੈ ਕੇ ਮਰਨ ਤੱਕ ਧਿਆਨ ਰੱਖਣਾ ਕਿ ਤੁਹਾਡੇ ਕਿਸੇ ਕਰਮ ਨਾਲ ਕਿਸੇ ਨੂੰ ਦੁੱਖ ਤਾਂ ਨਹੀਂ ਜਾਂਦਾ, ਕਿਉਂਕਿ ਤੁਹਾਡਾ ਸਿਧਾਂਤ ਹੈ ਤੁਸੀਂ ਸਰਬੱਤ ਦੇ ਭਲੇ ਦਾ ਧਰਮ ਕਮਾ ਰਹੇ ਹੋ। ਜਦੋਂ ਸਾਰਿਆਂ ਦਾ ਭਲਾ ਮੰਗੋਗੇ, ਇਹ ਸਿਧਾਂਤ ਹੈ। ਅੱਜ ਹਰ ਬੰਦਾ ਕਹਿੰਦਾ ਸਾਡੇ ਤੇ ਜੀ ਸਿੱਖਾਂ ਦੇ ਨਿਸ਼ਾਨ ਝੂਲਦੇ ਨੇ, ਹਰ ਮੁਲਕ ਵਿੱਚ ਧਾਗੇ ਤਵੀਤਾਂ ਨਾਲ ਝੂਲਦੇ ਨੇ ਨਾ। ਇੱਕ ਸਿਧਾਂਤ ਹੈ ਤੁਹਾਡੇ ਕੋਲੇ, ਜਿੱਥੇ ਜਾਏ ਬਈ ਹੈ ਭਲਾ ਕੀ ਹੈ, ਝੋਲ ਅੰਮ੍ਰਿਤ ਪੀਜੈ। ਇਸ ਪ੍ਰਿੰਸੀਪਲ ਨੇ, ਇਸ ਸਿਧਾਂਤ ਨੇ, ਇਸ ਗੁਰੂ ਘਰ ਦੇ ਮੌਲਿਕ ਸਿਧਾਂਤ ਨੇ ਅੱਜ ਅਰਬ ਕੰਟਰੀਆਂ ਵਿੱਚ ਵੀ ਗੁਰੂ ਦੇ ਨਿਸ਼ਾਨ ਚਲਾਏ ਨੇ। ਉਹਨਾਂ ਨੂੰ ਵੀ ਲੱਗਦਾ ਹੈ ਕਿ ਨਹੀਂ, ਸਿੱਖ ਕਿਸੇ ਦਾ ਬੁਰਾ ਕਰਨ ਵਾਲੀ ਕੌਮ ਨਹੀਂ ਹੈ। ਅਸੀਂ ਕਹਿੰਦੇ ਅਸੀਂ ਭਲਾ ਮੰਗਦੇ ਆ, ਮੰਗਣਾ ਛੱਡ ਦਿਓ, ਭਲਾ ਕਰਨਾ ਸ਼ੁਰੂ ਕਰੋ। ਵੇਖੋ ਫਿਰ ਦੁਨੀਆ ਤੁਹਾਡੀ ਹੁੰਦੀ ਕਿ ਨਹੀਂ ਹੁੰਦੀ। ਜਿਸ ਦਿਨ ਗੁਰੂ ਨਾਨਕ ਦਾ ਸਿਧਾਂਤ ਕਿਰਤ ਕਰਨੀ ਸ਼ੁਰੂ ਕਰ ਦਿਓਗੇ, ਨਾ ਤੁਹਾਨੂੰ ਮੰਗ ਕੇ ਖਾਣਾ ਪਏਗਾ, ਨਾ ਤੁਹਾਨੂੰ ਲੁੱਟ ਖੋਹ ਕਰਨੀ ਪਏਗੀ। ਜਿੱਦਣ ਨਾਮ ਜਪਣ ਲੱਗ ਜਾਓਗੇ, ਜਿਹੜੀ ਉਹ ਤ੍ਰਿਸ਼ਨਾ ਤੇ ਈਰਖਾ ਦੀ ਅਗਨੀ ਹੈ, ਉਹਦੇ 'ਚ ਸੜਨੋਂ ਬਚ ਜਾਓਗੇ। ਅੱਜ ਕੀ ਹੈ? ਤ੍ਰਿਸ਼ਨਾ ਕੀ ਹੈ ਕਿ ਮੇਰੇ ਕੋਲ ਕਿਉਂ ਨਹੀਂ ਹੈ, ਈਰਖਾ ਕੀ ਹੈ ਤੁਹਾਡੇ ਕੋਲ ਕਿਉਂ ਹੈ। ਐਸੇ ਅੱਗ 'ਚ ਸੜੀ ਜਾਂਦੇ ਆ, ਮੇਰੇ ਕੋਲ ਕਿਉਂ ਨਹੀਂ ਹੈ। ਇੱਕ ਤੇ ਇਹ ਤ੍ਰਿਸ਼ਨਾ ਹੈ, ਇੱਕ ਵੀ ਤੁਹਾਨੂੰ ਕਿਵੇਂ ਮਿਲ ਗਿਆ, ਮੈਨੂੰ ਕਿਉਂ ਨਹੀਂ ਮਿਲਿਆ। ਜਿਹੜਾ ਤੁਹਾਨੂੰ ਮਿਲਿਆ ਉਹ ਮੈਨੂੰ ਸਾੜੀ ਜਾਂਦਾ ਹੈ। ਤੀਜਾ ਸੀ ਵੰਡ ਕੇ ਛਕਣਾ। ਜਿੱਦਣ ਵੰਡ ਕੇ ਛਕਣ ਲੱਗ ਜਾਓਗੇ, ਦੁਨੀਆ ਤੁਹਾਨੂੰ ਗੁਲਵਕੜੀਆਂ ਪਾਏਗੀ ਕਿ ਆਪਣੇ ਕੋਲੋਂ ਕਦੇ ਕੁਝ ਵੰਡਿਆ। ਅੱਜ ਤੋਂ ਬੜੇ ਲੋਕ ਮਿਲਣਗੇ, ਇਹ ਜੀ ਸੇਵਾ ਕਰਾਉਂਦੇ ਨੇ, ਪੁੱਛੋ ਪੱਲਿਓਂ ਕਿੰਨੇ ਪੈਸੇ ਪਾਉਂਦੇ ਨੇ। ਮੈਂ ਤੇ ਦਿੱਲੀ ਦਾ ਕਹਿ ਸਕਦਾ, ਮੈਂ ਤਾਂ ਬੜੀ ਬੇਬਾਕੀ ਨਾਲ ਕਹਿਣਾ, ਜਿਹਨੂੰ ਪੁੱਛੋ ਸੇਵਾ ਕਰਦੇ ਆ, ਬਹੁਤ ਅੱਛੀ ਗੱਲ ਹੈ ਜੀ। ਫਿਰ ਹੌਲੀ ਹੌਲੀ ਕੰਮ ਧੰਦਾ ਕੀ ਹੈ, ਬਾਅਦ ਚ ਪਤਾ ਲੱਗਦਾ ਕੰਮ ਧੰਦਾ ਵੀ ਇਹੋ ਹੀ ਹੈ। ਮੇਰੀ ਗੱਲ ਸਮਝ ਗਏ ਤੁਸੀਂ? ਪੁੱਛੋ ਕਰਦੇ ਕੀ ਹੋ? ਗਿਆਨੀ ਜੀ ਸੇਵਾ ਕਰਦੇ ਆ, ਬਹੁਤ ਅੱਛੀ ਗੱਲ ਹੈ ਜੀ। ਫਿਰ ਪੁੱਛਿਆ ਵੀ ਕੰਮ ਧੰਦਾ ਕੀ ਹੈ? ਆਟੋ ਰਿਕਸ਼ਾ ਚਲਾਉਂਦੇ ਹੋ, ਰਿਕਸ਼ਾ ਚਲਾਉਂਦੇ ਹੋ, ਕੋਈ ਮੂੰਗਫਲੀ ਦੀ ਰੇਹੜੀ ਲਾਉਂਦੇ ਹੋ, ਕੇਲੇ ਵੇਚਦੇ ਹੋ, ਸੇਬ ਵੇਚਦੇ ਹੋ, ਕਿਤੇ ਕੋਈ ਖੋਖੇ ਤੇ ਚਾਹ ਬਣਾ ਕੇ ਵੇਚਦੇ ਹੋ। ਫਿਰ ਬਾਅਦ ਚ ਪਤਾ ਲੱਗਾ ਵੀ ਕੰਮ ਵੀ ਇਹੋ ਹੀ ਹੈ, ਇਹੋ ਹੀ ਸੇਵਾ ਹੈ। ਭੁੱਖੇ ਮੁੱਲਾ ਘਰੇ ਮਸੀਤ, ਆਪਣੇ ਘਰ ਨੂੰ ਹੀ ਮਸੀਤ ਬਣਾਇਆ ਹੋਇਆ ਭੁੱਖੇ ਮੁੱਲਿਆਂ ਨੇ। ਅੱਜ ਵੀ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ,
ਪਾਈਏ। ਸਾਰੇ ਸੁੱਖਾਂ ਦਾ ਦਾਤਾ ਇੱਕੋ ਹੀ ਹੈ, ਉਹ ਸਤਿਗੁਰੂ ਹੈ। ਇੱਕ ਵਾਰੀ ਨਹੀਂ, ਕਿੰਨੇ ਵਾਰੀ ਤੁਹਾਨੂੰ ਜਪਜੀ ਸਾਹਿਬ ਦੇ ਵਿੱਚ ਪੜਾਇਆ, ਤੇ ਤੁਸੀਂ ਜਪਜੀ ਸਾਹਿਬ ਨੂੰ ਪੜਨ ਦੀ ਥਾਂ ਤੇ ਤੁਸੀਂ ਜਪਜੀ ਸਾਹਿਬ ਨੂੰ ਗਿਣਨਾ ਸ਼ੁਰੂ ਕਰਤਾ। 1.25 ਲੱਖ ਪਾਠ ਹੋ ਗਿਆ ਜਪਜੀ ਸਾਹਿਬ ਦਾ। ਪੁੱਛੋ ਵੀ ਜਪਜੀ ਸਾਹਿਬ ਦੇ ਸਿੱਖ ਕਿੰਨੇ ਬਣੇ? ਜਿਵੇਂ ਸੁਖਮਨੀ ਸਾਹਿਬ ਹੈ, ਸੁਖਮਨੀ ਸੁਸਾਇਟੀ ਦੇ ਪ੍ਰਧਾਨ ਕਿੰਨੇ ਨੇ ਇਹ ਤਾਂ ਮੈਂ ਦੱਸ ਸਕਦਾ ਤੁਹਾਨੂੰ, ਪਰ ਸੁਖਮਨੀ ਸਾਹਿਬ ਦੇ ਸਿੱਖ ਕਿੰਨੇ ਨੇ ਇਹ ਪਤਾ ਨਹੀਂ। ਤੁਹਾਡਾ ਗੁਰੂ ਇੱਕੋ ਹੀ ਗੱਲ ਕਹਿੰਦਾ ਹੈ ਕਿ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਤੁਹਾਡੀ ਮੱਤ ਵਿੱਚ ਜਵਾਹਰਾਤ ਪੈਦਾ ਹੋਣਗੇ, ਤੁਹਾਡੀ ਮੱਤ ਵਿੱਚ ਰਤਨ ਪੈਦਾ ਹੋਣਗੇ, ਤੁਹਾਡੀ ਮੱਤ ਵਿੱਚ ਜਵਾਹਰਾਤ ਮੋਤੀ ਪੈਦਾ ਹੋਣਗੇ। ਤੁਸੀਂ ਵੇਖ ਲਓ, ਜਿੰਨਾ ਪੜਿਆ, ਜਿੰਨਾ ਵੱਧ ਤੋਂ ਵੱਧ ਪੜਿਆ ਮਨੁੱਖ ਹੈ, ਅਖੀਰ ਉਹਦੇ ਜੇਬ ਦੇ ਨਾਲ ਕੇਵਲ ਇੱਕ ਪੈਨ ਬਾਕੀ ਰਹਿ ਜਾਂਦਾ ਹੈ। ਬਸ ਉਹੀ ਗੱਲ ਹੈ ਵੀ ਨਲਾਇਕ ਬੱਚੇ ਦਾ ਬਸਤਾ ਭਾਰਾ ਹੁੰਦਾ ਹੈ, ਲਾਇਕ ਬੱਚੇ ਦਾ ਬਸਤਾ ਭਾਰਾ ਨਹੀਂ ਹੁੰਦਾ। ਸਾਰੇ ਸੁੱਖਾਂ ਦਾ ਦਾਤਾ ਗੁਰੂ ਹੈ, ਔਰ ਇਹ ਜਪਜੀ ਸਾਹਿਬ 'ਚ ਲਿਖਿਆ ਹੋਇਆ ਹੈ। ਔਰ ਇੱਕ ਵਾਰੀ ਨਹੀਂ, ਜਪਜੀ ਸਾਹਿਬ ਦੇ ਸਿੱਖ ਬਣਨ ਵਾਲੇ ਨੂੰ ਕਿਹਾ ਹੈ ਕਿ ਤੂੰ ਰੋਜ਼ ਪੁੱਛਣਾ ਹੈ ਕਿ ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝਾਈ, ਗੁਰਾ। ਹੁਣ ਇਹਨੂੰ ਪੜ੍ਹੀ ਜਾਂਦੇ ਗੁਰਾਂ, ਪਾਠ ਵੀ ਗਲਤ ਪੜ੍ਹਦੇ ਆ, ਅਰਥ ਵੀ ਗਲਤ ਕਰਦੇ ਆ। ਇਹਨੂੰ ਗੁਰਾਂ ਨਹੀਂ ਕਹਿਣਾ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਦਾ ਦਾਤਾ ਕੌਣ ਹੈ? ਸਾਰੇ ਸੁੱਖ ਦੇਣ ਵਾਲਾ ਕੌਣ ਹੈ? ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਕੌਣ ਹੈ? ਦੇਖੋ, ਸਾਡੇ ਸਾਹਮਣੇ ਬੜੀ ਸੋਹਣੀ ਇੱਕ ਤਸਵੀਰ ਹੈ ਕਿ ਹਿੰਦੁਸਤਾਨ ਵਿੱਚ 33 ਕਰੋੜ ਦੇਵੀ ਦੇਵਤੇ ਨੇ। ਇਹਦਾ ਅਰਥ ਕੀ ਹੈ? ਵੀ ਇਹ ਤਾਂ ਦੇਵਤਿਆਂ ਦੀ ਧਰਤੀ। ਇਹਦਾ ਅਰਥ ਅਸੀਂ ਇਹ ਕੀਤਾ ਹੈ ਨਾ। ਇਹਦਾ ਅਰਥ ਹੈ ਵੀ ਹੁਣ ਦੱਸੋ ਤੁਹਾਨੂੰ ਕੀ ਚਾਹੀਦਾ? ਪਾਣੀ, ਫਿਰ ਜਾਓ ਜਲ ਦੇਵਤੇ ਨੂੰ ਪੂਜੋ। ਕੀ ਚਾਹੀਦਾ ਤੁਹਾਨੂੰ? ਅੱਗ, ਫਿਰ ਅਗੜ ਦੇਵਤੇ ਨੂੰ ਪੂਜੋ। ਤੁਹਾਨੂੰ ਕੀ ਚਾਹੀਦਾ ਹੈ? ਹਵਾ, ਫਿਰ ਉਸ ਦੇਵਤੇ ਨੂੰ ਪੂਜੋ। ਇਸੇ ਕਰਕੇ ਸਭ ਦੇਵੀ ਦੇਵਤਿਆਂ ਦੀ ਪੂਜਾ ਵੱਖਰੀ ਹੈ, ਸਮਾਂ ਵੱਖਰਾ ਹੈ, ਸਮੱਗਰੀ ਵੱਖਰੀ ਹੈ, ਉਹਨਾਂ ਦੇ ਮੰਤਰ ਵੱਖਰੇ ਨੇ, ਉਹਨਾਂ ਦੀਆਂ ਦਾਤਾਂ ਵੱਖਰੀਆਂ ਨੇ। ਮੁਬਾਰਕ ਨੇ ਜਿਹੜੇ ਭਾਈ ਇਸ ਉਹਨਾਂ ਦੀ ਪੂਜਾ ਕਰਦੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਮਨੌਤ ਹੈ। ਪਰ ਜਿੱਥੇ ਤੁਸੀਂ ਬੈਠੇ ਹੋ, ਇੱਥੇ ਤਾਂ ਦੇਵਾਨ ਦੇਵ ਉਪਮਾ ਮਹਾਨ। ਇੱਥੇ ਤਾਂ ਦੇਵਤਿਆਂ ਦਾ ਦੇਵਤਾ ਸਤਿਗੁਰੂ ਹੈ, ਉਹਦੀ ਮਹਾਨ ਉਪਮਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈ ਹੈ। ਗੁਰੂ ਦੀ ਸ਼ਰਨ ਵਿੱਚ ਆ ਜਾਓ। ਸ਼ਰਨ ਵਿੱਚ ਆਉਣ ਦੇ ਅਰਥ ਜਿਹੜੇ ਨੇ ਉਹ ਤੁਸੀਂ ਕਿਸੇ ਅਮਰੀਕਾ ਵਾਲੇ ਨੂੰ ਫੋਨ ਕਰਕੇ ਪੁੱਛਿਓ ਵੀ ਪਤਾ ਲੱਗਾ ਹੈ ਉੱਥੇ ਬੜੇ ਸਾਰੇ ਲੋਕ ਅਮਰੀਕਾ ਦੇ ਵਿੱਚ ਸ਼ਰਨ ਮੰਗਦੇ ਨੇ। ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ, ਇਹਨੇ ਬੜਾ ਖੁਆਰ ਕੀਤਾ ਸਾਨੂੰ। ਜ਼ਰੂਰ ਕਰਿਓ ਫੋਨ ਅਮਰੀਕਾ ਦੇ ਵਿੱਚ ਵੀ ਉੱਥੇ ਪਤਾ ਲੱਗਾ ਵੀ ਜਿਹੜੇ ਲੋਕ ਜਾਂਦੇ ਨੇ
ਉਹ ਸ਼ਰਨ ਮੰਗਦੇ ਨੇ, ਉਹਨੂੰ ਕਹਿੰਦੇ ਨੇ ਪੋਲੀਟੀਕਲ ਅਸਾਈਲਮ। ਉੱਥੇ ਜਾ ਕੇ ਨਾ ਮੈਕਸੀਕੋ ਦੀ ਕੰਧ ਟੱਪ ਕੇ ਤੋ ਕਹਿੰਦੇ ਨੇ ਵੀ ਅਸੀਂ ਜਿਹੜੇ ਮੁਲਕ ਚੋਂ ਆਏ ਆ ਨਾ, ਸਾਨੂੰ ਖਤਰਾ ਹੈ, ਪਤਾ ਹੀ ਨਹੀਂ ਕਿੱਦਾਂ ਜਾਨ ਬਚਾ ਕੇ ਭੱਜੇ ਅਸੀਂ, ਕਿਹੜਾ ਸਮੁੰਦਰ ਟੱਪਿਆ, ਕਿਹੜਾ ਜੰਗਲ ਲੰਘਿਆ, ਕਿਹੜੀ ਕੰਧ ਟੱਪੀ ਹੈ, ਬੋਡੀ 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 ਬੋਡੀ, ਮਰ ਗਏ ਮਰ ਗਏ ਮਰ ਮਰ ਗਏ, ਲੁੱਟੇ ਗਏ ਲੁੱਟੇ ਗਏ ਲੁੱਟੇ ਗਏ, ਹੁਣ ਨਾ ਕੱਢਿਓ, ਬਾਹਰ ਨਾ ਕੱਢਿਓ, ਅਸੀਂ ਮਰ ਜਾਣਾ ਜੇ। ਇਹ ਜਾ ਕੇ ਅਮਰੀਕਾ ਦੀ ਹਰ ਕੋਰਟ ਦੇ ਵਿੱਚ ਹਰ ਪੰਜਾਬੀ ਕਹਿੰਦਾ ਜਿਹੜਾ ਪੋਲੀਟੀਕਲ ਅਸਾਈਲਮ ਲੈਂਦਾ, ਤੇ ਫਿਰ ਅਮਰੀਕਾ ਕੀ ਕਹਿੰਦਾ? ਉਹ ਕਹਿੰਦਾ ਠੀਕ ਹੈ, ਰਹੋ ਤੁਸੀਂ, ਅਸੀਂ ਤੁਹਾਡੇ ਬੱਚੇ ਵੀ ਮੰਗਾ ਦਿੰਦੇ ਆ। ਉੱਥੇ ਜਾ ਕੇ ਤੁਹਾਨੂੰ ਪਤਾ ਲੱਗ ਗਿਆ, ਇੱਥੇ ਆ ਕੇ ਨਹੀਂ ਪਤਾ ਲੱਗਿਆ। ਗੁਰੂ ਦੇ ਦਰ ਤੇ ਆ ਕੇ ਕਹੋ ਖਾਂ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਕਹੋ ਦਾਤਾ ਨਾ ਕੱਢੀ ਆਪਣੇ ਗੁਰਦੁਆਰੇ ਚੋਂ, ਮੈਂ ਲੁੱਟਿਆ ਜਾਵਾਂਗਾ, ਮੈਂ ਪੁੱਟਿਆ ਜਾਵਾਂਗਾ, ਮੈਂ ਮਾਰਿਆ ਜਾਵਾਂਗਾ। ਮੈਂ ਇੱਕ ਬੇਨਤੀ ਕਰਾਂ, ਕੋਈ ਤੇ ਸਾਨੂੰ ਭੂਤਾਂ ਨੇ ਮਾਰ ਲਿਆ, ਤੇ ਕੁਝ ਭੂਤਾਂ ਵਰਗੇ ਜਿਹੜੇ ਬੰਦੇ ਨੇ ਸਾਨੂੰ ਉਹਨਾਂ ਨੇ ਮਾਰ ਲਿਆ। ਉਹਦੇ ਕਹੀ ਜਾਂਦੇ ਆ ਤੁਮਰੀ ਸ਼ਰਨ ਤੁਮਾਰੀ ਆਸਾ, ਸਤਿਗੁਰ ਆਇਓ ਸ਼ਰਨ ਤੁਹਾਰੀ। ਜੇ ਸ਼ਰਨ ਹੀ ਆਉਣਾ ਤਾਂ ਉਵੇਂ ਬੋਡੀ ਬੋਡੀ ਕਰੋ ਜਿਵੇਂ ਅਮਰੀਕਾ ਵਾਲੇ ਉਹ ਸਾਡੇ ਬੱਚੇ ਕਰਦੇ, ਉੱਥੇ ਜਾ ਕੇ ਲੁੱਟੇ ਗਏ ਜੀ, ਮਾਰੇ ਗਏ ਜੀ। ਉੱਥੇ ਅੰਡਰਟੇਕਿੰਗ ਦੇਣੀ ਪੈਂਦੀ ਹੈ, ਲਿਖ ਕੇ ਦੇਣਾ ਪੈਂਦਾ ਹੈ ਕਿ ਜੇ ਮੈਂ ਵਾਪਸ ਗਿਆ ਤੇ ਮੈਂ ਮਰ ਜਾਣਾ ਹੈ। ਕਹੋ ਗੁਰੂ ਨੂੰ ਕਿ ਮਹਾਰਾਜ ਜੇ ਤੇਰੇ ਦਰ ਤੋਂ ਵਾਪਸ ਗਏ ਅਸੀਂ ਮਰ ਜਾਾਂਗੇ। ਫਿਰ ਇਹ ਦੱਸਿਓ ਵੀ ਉਹ ਤਾਂ ਅਮਰੀਕਾ ਵਾਲੇ ਤੇ ਸਿਰਫ ਇੱਕ ਪਾਸਪੋਰਟ ਹੀ ਦਿੰਦੇ ਨੇ, ਜਾਂ ਇੱਕ ਵਰਕ ਪਰਮਿਟ ਦੇ ਦਿੰਦੇ ਨੇ ਵੀ ਚੱਲ ਠੀਕ ਹੈ ਕੰਮ ਕਰਦਾ ਕਰੀ ਜਾ, ਟੈਕਸ ਭਰੀ ਜਾ। ਇਸ ਦਰ ਤੇ ਜਿਹਨੇ ਆ ਕੇ ਇਹ ਗੱਲ ਕਹੀ ਹੈ, ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆਇਆ ਹੈ, ਇਹ ਗੱਲ ਕੀਤੀ ਸੀ ਕਿਰਪਾ ਰਾਮ ਪੰਡਤ ਨੇ। ਜੇ ਤੁਹਾਨੂੰ ਕੋਈ ਪੁੱਛੇ ਨਾ ਵੀ ਕੀਤੀ ਗਿਆਨੀ ਜੀ ਕਿਸੇ ਨੇ, ਹਾਂ ਭਾਈ ਕੀਤੀ ਹੈ, ਕਿਰਪਾ ਰਾਮ ਪੰਡਤ ਨੇ ਕੀਤੀ ਹੈ, ਕਸ਼ਮੀਰ ਤੋਂ ਆ ਕੇ ਕੀਤੀ ਹੈ, ਬੌੜੀ ਕੀਤੀ ਹੈ। ਉਹਨੇ ਕਿਹਾ ਮਰ ਜਾਗੇ ਮਹਾਰਾਜ ਜੇ ਅਸੀਂ ਵਾਪਸ ਚਲੇ ਗਏ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕੋਈ ਨਹੀਂ, ਰਹੋ ਤੁਸੀਂ ਇੱਥੇ। ਸ਼ਹਾਦਤ ਦਿੱਤੀ ਗੁਰੂ ਨੇ ਉਹਨਾਂ ਵਾਸਤੇ। ਤੁਹਾਡਾ ਸਤਿਗੁਰੂ ਤੁਹਾਡੇ ਲਈ ਕੁਝ ਵੀ ਨਹੀਂ ਕਰੇਗਾ, ਪਰ ਇਹ ਗੱਲ ਯਾਦ ਰੱਖਣਾ, ਕਿਰਪਾ ਰਾਮ ਇਮਾਨਦਾਰੀ ਨਾਲ ਆਇਆ ਸੀ। ਪਤਾ ਤੁਹਾਨੂੰ ਫਿਰ ਕਿਰਪਾ ਸਿੰਘ ਬਣਿਆ ਸੀ। ਉਸ ਤੋਂ ਬਾਅਦ ਉਹ ਕਿਰਪਾ ਸਿੰਘ ਬਣਿਆ। ਜਿਹੜੇ ਚਮਕੌਰ ਸਾਹਿਬ ਦੇ ਸ਼ਹੀਦ ਨੇ ਉਹਨਾਂ ਵਿੱਚ ਇੱਕ ਨਾਂ ਕਿਰਪਾ ਸਿੰਘ ਉਸ ਪੰਡਤ ਦਾ ਵੀ ਹੈ। ਇਮਾਨਦਾਰੀ ਨਾਲ ਆ ਕੇ ਗੁਰੂ ਨੂੰ ਕਿਉਂ ਜੇ ਤੇਰੀ ਸ਼ਰਨ ਵਿੱਚ ਆਏ ਆ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਤੁਹਾਨੂੰ ਤੇ ਮਹਾਰਾਜ ਰੋਜ਼ ਕਹਿੰਦੇ ਨੇ ਰਹਿ ਰਸ ਇਹ ਕਰ ਭਾਈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਹਾਂਜੀ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਆ। ਦਰਸ਼ਨ ਭੇਟਤ ਹੋਤ ਆਨੰਦਾ, ਜਿਹਦੇ ਦਰਸ਼ਨ ਕੀਤਿਆਂ ਆਨੰਦ ਮਿਲਦਾ ਹੈ। ਇੱਥੇ ਗੁਰਦੁਆਰੇ ਆ ਕੇ ਗੁਰੂ ਦੇ ਅੱਗੇ ਖਲੋ ਕੇ ਜੋ ਬੰਦਾ ਆਪਣੇ ਰੋਣੇ ਰੋਣ ਲੱਗਦਾ ਹੈ, ਜੋ ਰੋਣੇ ਰੋਣ ਲੱਗਦਾ ਹੈ। ਕਈ ਵਾਰੀ ਤੇ ਸੇਵਾਦਾਰ ਨੂੰ ਕਹੀਦਾ ਵੀ ਇਹਨੂੰ ਫੜ ਕੇ ਪਰੇ ਕਰ। ਜਿਸ ਗੁਰੂ ਦੇ ਦਰਸ਼ਨ ਕੀਤਿਆਂ ਆਨੰਦ ਮਿਲਣਾ ਸੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਗੁਰਦੁਆਰੇ ਨੂੰ ਵੇਖ ਕੇ ਸਿੱਖ ਨੂੰ ਚਾਅ ਚੜ੍ਹਦਾ ਹੈ, ਅੰਦਰ ਆ ਜਾਏ ਤੇ ਖੇੜਾ ਆ ਜਾਂਦਾ ਹੈ। ਹੁਣ ਤੁਸੀਂ ਕਹੋਗੇ ਜੀ ਉਹ ਜਿਹੜੇ ਰੋਂਦੇ ਨੇ, ਰੋਂਦੇ ਇਸ ਕਰਕੇ ਨੇ ਉਹਨਾਂ ਨੂੰ ਕਿਸੇ ਨੇ ਘੱਲਿਆ ਹੈ ਵੀ ਜਿੰਨਾ ਰੋਏਗਾ ਨਾ ਉਹਨਾਂ ਕੰਮ ਛੇਤੀ ਹੋ ਜਾਏਗਾ ਤੇਰਾ। ਉਹਨਾਂ ਨੂੰ ਪੜ੍ਹਾ ਕੇ ਉਸ ਤਰੀਕੇ ਦਾ ਔਰ ਸਿਖਾ ਕੇ ਉਸ ਤਰੀਕੇ ਦਾ ਘੱਲਿਆ। ਇਹਦਾ ਅਰਥ ਇਹ ਨਹੀਂ ਕਿ ਗੁਰੂ ਕੋਲ ਆ ਕੇ ਰੋਣਾ ਆ ਨਹੀਂ ਸਕਦਾ। ਸਾਡਾ ਦੁੱਖ ਸੁੱਖ ਇਹਦੇ ਕੋਲ ਹੀ ਹੈ, ਪਰ ਇਹ ਫਿਰ ਜ਼ਿੰਦਗੀ 'ਚ ਇੱਕ ਵਾਰੀ ਹੋਣਾ ਚਾਹੀਦਾ, ਰੋਜ਼ ਨਹੀਂ ਹੋਣਾ ਚਾਹੀਦਾ।
ਕਿਰਪਾ ਰਾਮ ਹੋਰੀ ਇੱਕ ਦਿਨ ਹੀ ਆ ਕੇ ਰੋਏ ਹੋਣਗੇ, ਰੋਜ਼ ਨਹੀਂ ਰੋਏ। ਫਿਰ ਕਿਤੇ ਵੀ ਚੇਤਾ ਰੱਖਣਾ ਨਾ ਕਿ 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਮਹਾਰਾਜ ਕਹਿੰਦੇ ਨੇ ਕਿ ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਦੁੱਖ ਚਲੇ ਜਾਣਗੇ ਜਦੋਂ ਤੁਸੀਂ ਉਸ ਮਾਲਕ ਦਾ ਸਿਮਰਨ ਕਰੋਗੇ, ਭਗਤੀ ਕਰੋਗੇ, ਪਾਠ ਕਰੋਗੇ। ਮਨ ਮੇਰੋ ਗੱਜ, ਜੇਵਾ ਮੇਰੀ ਕਾਤੀ, ਮੱਪ ਮੱਪ ਕਾਟੋ ਜਮ ਕੀ ਫਾਂਸੀ। ਤੁਸੀਂ ਉਹਨਾਂ ਭਗਤਾਂ ਦੇ ਸੇਵਕ ਹੋ ਭਾਈ। ਉਹ ਕਹਿੰਦੇ ਅਸੀਂ ਤਾਂ ਮਨ ਦਾ ਹੀ ਮੀਟਰ ਬਣਾ ਲਿਆ, ਜ਼ਬਾਨ ਦੀ ਕੈਂਚੀ ਬਣਾ ਲਈ ਹੈ। ਹੁਣ ਕੈਂਚੀ ਤੇ ਮੇਰੀ ਜ਼ਬਾਨ ਵੀ ਹੈ, ਤੁਹਾਡੀ ਵੀ ਹੈ, ਪਰ ਕੁਤਰਾ ਕੁਤਰਾ ਭੈਣਾਂ ਭਰਾਵਾਂ ਦਾ ਹੀ ਕਰੀ ਜਾਂਦੀ, ਆਂਢੀਆਂ ਗੁਆਂਢੀਆਂ ਦਾ ਹੀ ਕਰੀ ਜਾਂਦੀ ਹੈ। ਕੱਟਣੀ ਜਮਾਂ ਦੀ ਫਾਂਸੀ ਸੀ ਤਾਂ ਅਸੀਂ ਇਸ ਜ਼ੁਬਾਨ ਨਾਲ ਰਿਸ਼ਤੇ ਕੱਟੀ ਤੁਰੇ ਆਉਂਦੇ ਹਾਂ, ਆਪਣੀਆਂ ਸਾਂਝਾਂ ਕੱਟੀ ਤੁਰੇ ਆਉਂਦੇ ਹਾਂ। ਕਿਉਂਕਿ ਉਹਨੂੰ ਏਦਾਂ ਵੀ ਲੱਗਦਾ ਵੀ ਜੇ ਅਸੀਂ ਧਰਮ ਦੀ ਗੱਲ ਠੀਕ ਤਰੀਕੇ ਨਾਲ ਕਰਾਂਗੇ ਤੇ ਪਤਾ ਨਹੀਂ ਧਰਮਾਂ ਦੇ ਵਿੱਚ ਕੋਈ ਫਰਕ ਪੈ ਜਾਏਗਾ। ਨਹੀਂ, ਮੈਂ ਤੁਹਾਨੂੰ ਗੁਰੂ ਦੀ ਹਜ਼ੂਰੀ 'ਚ ਕਹਿਣਾ, ਕਦੇ ਫਰਕ ਨਹੀਂ ਪਏਗਾ। ਸਗੋਂ ਦੂਜੇ ਧਰਮ ਦਾ ਬੰਦਾ ਵੀ ਆ ਕੇ ਤੁਹਾਨੂੰ ਕਹੇਗਾ ਵੀ ਸਾਨੂੰ ਸੇਧ ਮਿਲੀ ਹੈ, ਸਾਨੂੰ ਠੀਕ ਰਸਤਾ ਮਿਲਿਆ, ਸਾਨੂੰ ਬਹੁਤ ਪ੍ਰੇਰਣਾ ਮਿਲੀ ਹੈ। ਹਾਂ, ਕਿਸੇ ਦੇ ਧਰਮ ਦੇ ਵਿਰੁੱਧ ਨਹੀਂ ਬੋਲਣਾ ਚਾਹੀਦਾ, ਪਰ ਆਪਣੇ ਧਰਮ ਦੇ ਵਿੱਚ ਸਾਨੂੰ ਆਪਣੀ ਗੱਲ ਕਹਿਣ ਲੱਗਿਆ ਵੀ ਜਿਹਦੀ ਬਾਜਰੀ ਖਾਈਏ ਉਹਦੀ ਹਾਜ਼ਰੀ ਤਪੇ ਭਾਈ, ਜ਼ਿੰਮੇਵਾਰੀ ਨਾ ਭਰਨੀ ਚਾਹੀਦੀ ਹੈ। ਹਾਂਜੀ, ਹਰ ਰਸ ਪੀਵੋ ਭਾਈ, ਹਰੀ ਰਸ, ਨਾਮ ਰਸ, ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਰਸ ਪੀਣਾ ਚਾਹੀਦਾ, ਚਖਣਾ ਚਾਹੀਦਾ। ਹਾਂਜੀ, ਨਾਮ ਜਪੋ ਨਾਮੋ ਆਰਾਧੋ, ਗੁਰ ਪੂਰੇ ਕੀ ਸਰਨਾਈ। ਨਾਮ ਜਪਣਾ ਚਾਹੀਦਾ ਹੈ, ਨਾਮ ਦੀ ਆਰਾਧਨਾ ਕਰਨੀ ਚਾਹੀਦੀ ਹੈ, ਤੇ ਸ਼ਰਨ ਗੁਰੂ ਪੂਰੇ ਦੀ ਰੱਖਣੀ ਚਾਹੀਦੀ ਹੈ। ਇਹ ਵੀ ਚੇਤਾ ਰੱਖਣਾ ਕਿ ਸਿੰਘ ਸ਼ਰਨ ਕਤ ਜਾਈਏ ਜੋ ਜੁੰਬਕ ਗਰਸ ਹੈ। ਉਸ ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ ਹੈ ਜਿੱਥੇ ਗਿੱਦੜ ਵੀ ਤੁਹਾਨੂੰ ਡਰਾਉਣ ਤੇ ਤੁਸੀਂ ਗਿੱਦੜਾਂ ਤੋਂ ਡਰ ਜਾਓ। ਨਾ, ਕਦੇ ਤੁਸੀਂ ਵੇਖਿਆ ਵੀ ਅਮਰੀਕਾ ਤੋਂ ਬਿਨਾਂ ਵੀ ਲੋਕ ਕਿਸੇ ਹੋਰ ਮੁਲਕ 'ਚ ਵੀ ਜਾ ਕੇ ਸ਼ਰਨ ਮੰਗਦੇ ਹੋਣ? ਇਹ ਅਮਰੀਕਾ ਹੀ ਹੈ ਜਿਹੜਾ ਆਪਣੀ ਸ਼ਰਨ ਵਿੱਚ ਆਏ ਬੰਦੇ ਦੀ ਬਾਂਹ ਫੜਦਾ, ਬਾਂਹ ਹਿੰਮਤ ਰੱਖਦਾ। ਤੁਸੀਂ ਵੇਖਿਆ ਨਾ ਕਿੰਨੀ ਹਿੰਮਤ ਕੀਤੀ ਟਰੂਡੋ ਨੇ, ਜੋ ਬਾਈਡਨ ਨੇ। ਉਹਨੇ ਹਿੰਦੁਸਤਾਨ ਨੂੰ ਕਿਹਾ, ਉਹਨੇ ਕਿਹਾ ਨਹੀਂ ਅਸੀਂ ਇਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਕੋਈ ਸਾਡੇ ਮੁਲਕ ਦਾ ਸਿਟੀਜ਼ਨ ਹੋਵੇ ਔਰ ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰੋ। ਨਾ, ਹਾਂ ਤੁਸੀਂ ਮੂੰਹ ਨਾਲ ਗੱਲ ਕਰੋ, ਤੁਸੀਂ ਆਪਣਾ ਦੱਸੋ ਤੁਹਾਨੂੰ ਕੀ ਇਤਰਾਜ਼ ਹੈ, ਤੁਸੀਂ ਉਹਦੇ ਗੁਨਾਹ ਲੈ ਕੇ ਆਓ ਸਾਡੇ ਕੋਲ, ਅਸੀਂ ਤੁਹਾਡੀ ਮਦਦ ਕਰਾਂਗੇ। ਐਵੇਂ ਨਹੀਂ ਲੋਕ ਉਹਦੀ ਸ਼ਰਨ ਮੰਗਦੇ, ਇਸੇ ਕਰਕੇ ਮੰਗਦੇ ਨੇ ਕਿ ਉਹਦੀ ਸ਼ਰਨ ਵਿੱਚ ਜਾਣ ਨਾਲ ਫਿਰ ਗਿੱਦੜ ਭਬਕੀਆਂ ਨਹੀਂ ਕੰਮ ਕਰਦੀਆਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਤੁਸੀਂ ਆ ਜਾਓਗੇ ਨਾ, ਫਿਰ ਕੋਈ ਖਤਰਾ ਨਹੀਂ ਹੈ, ਫਿਰ ਕੋਈ ਡਰ ਨਹੀਂ ਹੈ। ਇੱਥੇ ਆਏ ਬੰਦੇ ਨੂੰ ਤੁਸੀਂ ਕੀ ਸੋਚਦੇ ਹੋ ਕਿ ਭੂਤ ਪ੍ਰੇਤ ਤੰਗ ਕਰਨਗੇ? ਤੁਹਾਡਾ ਗੁਰੂ ਕਹਿੰਦਾ ਜਮਦੂਤ ਵੀ ਨਹੀਂ ਕਰਨਗੇ, ਹੋਰ ਛੱਡੋ ਤੁਸੀਂ। ਜਮ ਕੰਕਰ ਨੇੜ ਨਾ ਆਇਆ, ਕਰੋ ਕਿਰਪਾ, ਸੁਖ ਨਾਨਕ ਸ਼ਰਣੀ ਪਾਇਆ। ਸ਼ਰਨ ਇਸ ਨੂੰ ਕਹਿੰਦੇ ਨੇ। ਹਾਂਜੀ, ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਪਾਈ। ਤਿਸਹਿ ਪ੍ਰਾਪਤ, ਉਸ ਨੂੰ ਇਹ ਪ੍ਰਾਪਤ ਹੁੰਦਾ ਹੈ ਜਿਹਦੇ ਤੇ ਧੁਰ ਦਰਗਾਹ ਤੋਂ ਇਹ ਮਸਤਕ ਦੇ ਭਾਗ ਹੋਣਗੇ। ਹਰ ਨਿੱਕੀ ਨਿੱਕੀ ਗੱਲ ਤੇ, ਇਹ ਮੇਰੀ ਗੁੱਡ ਲੱਕ ਹੈ ਜੀ, ਇਹ ਮੇਰੀ ਖੁਸ਼ਕਿਸਮਤੀ ਹੈ ਜੀ, ਇਹ ਮੈਨੂੰ ਪਲਾਟ ਮਿਲ ਗਿਆ ਜੀ, ਇਹ ਮੈਨੂੰ ਗੱਡੀ ਸਸਤੀ ਮਿਲ ਗਈ ਜੀ। ਤੇ ਗੁਰਦੁਆਰੇ ਆਉਣਾ ਖੁਸ਼ਕਿਸਮਤੀ ਨਹੀਂ? ਅੰਮ੍ਰਿਤ ਵੇਲੇ ਉੱਠਣਾ ਖੁਸ਼ਕਿਸਮਤੀ ਨਹੀਂ? ਤੂੰ ਰੋਜ਼ ਪਾਠ ਕਰਨ ਲੱਗ ਜਾਏ, ਇਹ ਖੁਸ਼ਕਿਸਮਤੀ ਨਹੀਂ? ਕਿਵੇਂ ਉਹ 2 ਪਹੀਆਂ ਵਾਲੇ ਸਾਈਕਲ ਤੇ ਖੁਸ਼ਕਿਸਮਤੀ ਕੱਢ ਗਈ ਤੇਰੀ ਆ ਕੇ? ਨਿੱਕੀ ਨਿੱਕੀ ਗੱਲ ਤੇ ਤੁਸੀਂ ਗੁੱਡ ਲੱਕ ਬੈਡ ਲੱਕ ਕਹਿੰਦੇ ਹੋ ਤੁਸੀਂ। ਨਹੀਂ, ਸਭ ਤੋਂ ਵੱਡੇ ਭਾਗ ਇਹ ਨੇ ਤੁਹਾਡੇ। ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ, ਜੇ ਧੁਰ ਦਰਗਾਹ ਤੋਂ ਲਿਖਿਆ ਹੋਏਗਾ, ਇਹ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੋ ਭੇਟਿਓ ਪੁਰਖ ਰਸਕ,
ਬੈਰਾਗੀ, ਇਹ ਉਦਾਂ ਨਹੀਂ ਗੱਲ ਬਣਨੀ। ਸ਼ਰਾਬ ਦੀ ਬੋਤਲ ਤੇ ਲਿਖਿਆ ਹੈ ਪੀਣੀ ਸਿਹਤ ਲਈ ਹਾਨੀਕਾਰਕ ਹੈ, ਦੁਨੀਆ ਮੁੱਲ ਖਰੀਦ ਕੇ ਪੀਂਦੀ ਹੈ। ਤੇ ਤਖਤ ਕੇਸਗੜ੍ਹ ਸਾਹਿਬ ਦੇ ਮੁੱਖ ਪੌਰ ਤੇ ਲਿਖਿਆ ਹੈ ਪੀਵੋ ਪੋਹਲ ਖੰਡੇ ਧਾਰ ਹੋਏ ਜਨਮ ਸੁਹੇਲਾ। ਨਹੀਂ ਨਹੀਂ ਗਿਆਨੀ ਜੀ, ਅਜੇ ਨਹੀਂ, ਅਜੇ ਨਹੀਂ ਯਾਰ, ਮੁੱਲ ਖਰੀਦ ਕੇ ਪੀਣਾ ਹੈ। ਜਿੱਥੇ ਜਨਮ ਸੁਹੇਲਾ ਹੋਣਾ ਹੈ ਕਹਿੰਦਾ ਅਜੇ ਨਹੀਂ। ਅੱਛਾ, ਜਦੋਂ ਅਜੇ ਨਹੀਂ ਤੇ ਮੁੜ ਕੇ ਫੇਰ ਕਹਿੰਦਾ ਹੁਣ ਬੁੱਢੇ ਹੋ ਗਏ, ਹੁਣ ਇੱਥੇ ਨਹੀਂ। ਉਹ ਸੋਚਦਾ ਵੀ ਅੱਗੇ ਖੰਡਾ ਬਾਟਾ ਹੀ ਹੋਣਾ, ਮਹਾਰਾਜ ਨੇ ਰੱਖਿਆ ਹੋਇਆ। ਮੈਂ ਇੱਕ ਗੱਲ ਕਵਾਂ, ਸਾਡੇ ਨਾ ਲੋਕ ਸਰਾਧ ਕਰਨੋਂ ਨਹੀਂ ਹਟਦੇ। ਇੱਕ ਮਾਤਾ, ਇਹ ਗੱਲ ਕਿਸੇ ਬੰਗਲਾ ਸਾਹਿਬ ਦੇ ਮੇਰੇ ਤੋਂ ਬੜੇ ਚਿਰ ਪਹਿਲਾਂ ਇੱਕ ਰਹੇ ਇੱਕ ਸੇਵਾਦਾਰ ਨੇ ਕਹੀ ਹੈ। ਉਹ ਕਹਿੰਦੀ ਵੀ ਮਾਤਾ ਕਹਿੰਦੀ ਵੀ ਬਾਬਾ ਜੀ ਸਰਾਧ ਖਾਣ ਮੇਰੇ ਘਰ ਆਓ। ਉਹ ਕਹਿੰਦਾ ਨਹੀਂ ਮਾਤਾ, ਸਰਾਧ ਨਹੀਂ ਹੁੰਦੇ ਸਾਡੇ 'ਚ। ਲੈ ਅਸੀਂ ਹੁਣ ਫਿਰ ਮੰਦਿਰ ਜਾਈਏ, ਪੰਡਤਾਂ ਕੋਲ ਜਾਈਏ। ਅਸੀਂ ਬਾਬਾ ਜੀ ਅਸੀਂ ਸਿੱਖਿਆ। ਹੁਣ ਪਤਾ ਨਹੀਂ ਗੱਲ ਸੱਚੀ ਕਿ ਝੂਠੀ ਕਹੀ ਉਹਨੇ, ਜਿਹੜੀ ਹੈ ਉਹ ਕਥਾ 'ਚ ਵੀ ਕਹੀ ਮੈਂ ਸੁਣੀ ਹੈ। ਉਹ ਕਹਿੰਦਾ ਠੀਕ ਹੈ ਮਾਈ, ਫਿਰ ਮੈਂ ਆ ਜਾਵਾਂਗਾ, ਪਰ ਖਾਵਾਂਗਾ ਉਹੀ ਜੋ ਬਾਬਾ ਖਾਂਦਾ ਸੀ। ਹੁਣ ਬਾਬਾ ਮੁਰਗੇ ਖਾਂਦਾ ਤੇ ਸ਼ਰਾਬਾਂ ਪੀਂਦਾ ਮਰ ਗਿਆ, ਤੇ ਮਾਈ ਹੁਣ ਬਣਾ ਕੇ ਬਹਿ ਜਾਣੀ ਹੈ ਖਿਚੜੀ ਤੇ ਖੀਰ। ਕਹਿੰਦਾ ਮਾਈ ਮੈਂ ਬਾਪੂ ਤੋਂ ਗਾਲਾਂ ਥੋੜਾ ਖਾਣੀਆਂ ਨੇ। ਫਿਰ ਮੁੜ ਕੇ ਨਹੀਂ ਆਈ ਬੇਬੇ, ਮੁੜ ਕੇ। ਮਤਲਬ ਵੇਖੋ ਨਾ ਕਿੰਨੀ ਵਡੰਬਣਾ ਕਿੰਨੀ ਹੈ ਵੀ ਜਿਹੜਾ ਸ਼ਰਾਬ ਪੀਂਦਾ ਤੇ ਮੁਰਗੇ ਖਾਂਦਾ ਮਰਿਆ, ਉਹਦਾ ਵੀ ਸਰਾਧ ਕੜਾਹ ਨਾਲ ਕਰੀ ਜਾਂਦੇ ਨੇ। ਦੱਸ, ਉਹ ਮੱਥੇ ਨੂੰ ਹੱਥ ਮਾਰਦਾ ਹੋਣਾ ਵੀ ਟੱਬਰ ਦੀ ਮੱਤ ਮਾਰੀ ਹੈ, ਵੀ ਚਲੋ ਟੱਬਰ ਦੀ ਤਾਂ ਮੱਤ ਮਾਰੀ ਬਾਬਾ ਤੇਰੀ ਵੀ ਮੱਤ ਮਾਰੀ ਹੈ, ਵੀ ਤੂੰ ਹੀ ਮਨਾ ਕਰ ਦੇਨੋ। ਤੈਨੂੰ ਤੇ ਪਤਾ ਸੀ ਨਾ ਵੀ ਅੱਗੇ ਜਾ ਕੇ ਉਹ ਜੇ ਮਤਲਬ ਪਹਿਲੀ ਗੱਲ ਤਾਂ ਉੱਥੇ ਜਾਣਾ ਕੁਝ ਨਹੀਂ, ਪਹਿਲੀ ਗੱਲ ਤੇ ਗਾਂ ਜਾਂਦਾ ਕੁਝ ਨਹੀਂ ਹੈ। ਤੇ ਜੇ ਚਲਾ ਹੀ ਗਿਆ ਤੇ ਦੱਸੋ ਜਿਹਨੇ ਇੱਥੇ ਖਿਚੜੀ ਨਹੀਂ ਖਾਧੀ ਉੱਥੇ ਖਾ ਲੇਗਾ ਉਹ? ਕੀ ਲੌਜਿਕ ਹੈ? ਕੋਈ ਲੌਜਿਕ ਨਹੀਂ। ਆਪਾਂ ਵਾਪਸ ਆ ਜਾਈਏ, ਚੰਗੇ ਰਹਾਂਗੇ। ਆਪਾਂ ਬਹੁਤਾ ਟਾਈਮ ਆਪਾਂ ਨੂੰ ਸਾਨੂੰ ਖਰਾਬ ਨਹੀਂ ਕਰਨਾ ਚਾਹੀਦਾ। ਇਸ ਕਰਕੇ ਨਾਮ ਜਪੋ ਤੇ ਨਾਮੋ ਅਰਾਧੋ ਦੀ ਗੱਲ ਠੀਕ ਹੈ। ਜਿਸ ਤੁਰ ਲਿਖਿਆ ਸੋਈ ਪੂਰਨ ਭਾਈ, ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਤੁਰ ਦਰਗਾਹ ਤੋਂ, ਉਹਨਾਂ ਨੂੰ ਪਰਮੇਸ਼ਰ ਨੇ ਸਾਰੇ ਗੁਣ ਬਖਸ਼ੇ ਨੇ। ਹਾਂਜੀ, ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਗੁਰੂ ਅਰਜਨ ਦੇਵ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਬੇਨਤੀ ਕਰਦੇ ਨੇ ਕਿ ਹੇ ਪ੍ਰਭੂ ਮੇਰੇ ਤੇ ਕਿਰਪਾ ਕਰ ਕਿ ਮੇਰੀ ਲਿਵ ਹਮੇਸ਼ਾ ਆਪ ਜੀ ਦੇ ਚਰਨਾਂ ਨਾਲ ਜੁੜੀ ਰਹੇ। ਇੰਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਬਹੁਤ ਧੰਨਵਾਦ ਆਪ ਸੰਗਤ ਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਹੈ। ਦੋ ਸ਼ਬਦ ਬੋਲਣ ਦੀ ਦਾਤ ਆਪਣੀ ਗੋਦ ਵਿੱਚ ਬਿਠਾ ਕੇ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੋ ਮੁੱਖ ਗ੍ਰੰਥੀ ਨੇ ਸ਼੍ਰੀ ਦਰਬਾਰ ਸਾਹਿਬ, ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਦਾਸ ਉਹਨਾਂ ਦਾ ਧੰਨਵਾਦੀ ਹੈ ਕਿ ਉਹਨਾਂ ਨੇ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਏ ਨੇ। ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸਾਰੇ ਪ੍ਰਬੰਧ ਦਾ ਧੰਨਵਾਦ। ਫਤਿਹ ਬੁਲਾਉਣ ਤੋਂ ਪਹਿਲਾਂ ਦੋ ਪੰਕਤੀਆਂ ਦੀ ਸਾਂਝ ਕਰੀਏ। ਹਾਂਜੀ। ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਭਾਈ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।